बहुत ही प्यारे विद्यार्थियों, मेरा नाम संदीप सोनी, सरकारी सीनियर सैकेंडरी स्कूल लड़के फतेहगढ़ चूड़ियाँ, ਜ਼ਿਲ੍ਹਾ ਗੁਰਦਾਸਪੁਰ। ਅੱਜ ਅਸੀਂ 10th ਕਲਾਸ ਦਾ ਚੈਪਟਰ ਨੰਬਰ 1 ਪਹਿਲਾ ਅਧਿਆਇ ਰਸਾਇਣਿਕ ਕਿਰਿਆਵਾਂ ਅਤੇ ਸਮੀਕਰਨਾਂ ਪੜ੍ਹਨ ਜਾ ਰਹੇ ਹਾਂ। ਜਿਵੇਂ ਹੁਣ ਪਿਛਲੇ ਸਾਲ ਤੁਹਾਨੂੰ ਪਤਾ ਕਰੋਨਾ ਕਰਕੇ ਕੋਈ ਵੀ ਕਲਾਸਾਂ ਵਗੈਰਾ ਆਫਲਾਈਨ ਕਲਾਸਾਂ ਨਹੀਂ ਲੱਗ ਸਕੀਆਂ, ਤੇ ਇਸ ਸਾਲ ਵੀ ਕਲਾਸਾਂ ਜਿਹੜੀਆਂ ਹੱਲੇ ਵੀ ਆਨਲਾਈਨ ਹੀ ਲੱਗਣ ਦਾ ਜ਼ਿਆਦਾ ਚਾਂਸ ਆ। ਤੇ ਇਸ ਕਰਕੇ ਆਪਣੀ ਕੋਸ਼ਿਸ਼ ਹੋਵੇਗੀ ਕਿ ਤੁਹਾਨੂੰ ਜਿਹੜਾ ਵਾ ਮੈਂ ਇਸ ਤਰੀਕੇ ਨਾਲ ਪੜ੍ਹਾਇਆ ਜਾਵੇ ਕਿ ਕਿਤਾਬ ਦੇ ਨਾਲ ਤੁਹਾਨੂੰ, ਜੇ ਕਿਸੇ ਬੱਚੇ ਕੋਲ ਬੁੱਕ ਨਹੀਂ ਵੀ ਹੈਗੀ ਤੇ ਉਹ ਜਿਹੜੀ ਆ ਉਹਨੂੰ ਬੁੱਕ ਦੀ ਵੀ ਕਮੀ ਪੇਸ਼ ਨਾ ਆਵੇ। ਕਿਤਾਬ ਦੇ ਨਾਲ ਨਾਲ ਹੀ ਆਪਾਂ ਉਹਨੂੰ ਪੜ੍ਹਨ ਦੀ ਕੋਸ਼ਿਸ਼ ਕਰਾਂਗੇ ਚੈਪਟਰ ਨੂੰ। ਤੇ ਤੁਹਾਨੂੰ ਇਸ ਵੀਡੀਓ ਨੂੰ ਬਾਰ-ਬਾਰ ਦੇਖ ਕੇ ਆਪਣੇ ਪੁਆਇੰਟਸ ਵੀ ਨੋਟ ਕਰ ਸਕਦੇ, ਆਪਣੇ ਨੋਟਸ ਵੀ ਤੁਸੀਂ ਬਣਾ ਸਕਦੇ। ਜ਼ਿਆਦਾ ਟਾਈਮ ਨਾ ਖਰਾਬ ਕਰਦੇ ਆਪਾਂ ਸਟਾਰਟ ਕਰਾਂਗੇ ਆਪਣਾ ਪਹਿਲਾ ਚੈਪਟਰ ਰਸਾਇਣਿਕ ਕਿਰਿਆਵਾਂ ਅਤੇ ਸਮੀਕਰਨਾਂ, ਕੈਮੀਕਲ ਰਿਐਕਸ਼ਨਸ ਐਂਡ ਇਕੁਏਸ਼ਨਸ। ਤੁਹਾਨੂੰ ਪਤਾ ਵਾ ਆਪਣੇ ਰੋਜ਼ਾਨਾ ਦੇ ਜੀਵਨ ਦੇ ਵਿੱਚ ਕਈ ਤਰ੍ਹਾਂ ਦੀਆਂ ਆਪਾਂ ਕਿਰਿਆਵਾਂ ਦੇਖਦੇ ਹਾਂ। ਜਿਵੇਂ ਤੁਹਾਡੀ ਕਿਤਾਬ ਵਿੱਚ ਉਦਾਹਰਨਾਂ ਦਿੱਤੀਆਂ ਗਈਆਂ, ਉਹਨਾਂ ਨੂੰ ਆਪਾਂ ਲੈ ਕੇ ਚੱਲੀਏ। ਗਰਮੀਆਂ ਵਿੱਚ ਕਮਰੇ ਦੇ ਤਾਪਮਾਨ ਤੇ ਦੁੱਧ ਨੂੰ ਖੁੱਲ੍ਹਾ ਛੱਡ ਦਿੱਤਾ ਜਾਂਦਾ ਹੈ ਤੇ ਕੀ ਹੁੰਦਾ ਹੈ, ਦੁੱਧ ਖਰਾਬ ਹੋ ਜਾਂਦਾ। ਭੋਜਨ ਆਪਾਂ ਪਕਾ ਕੇ ਰੱਖਦੇ ਹਾਂ, ਤੁਸੀਂ ਦੇਖਦੇ ਆ ਵੀ ਸਰਦੀਆਂ ਵਿੱਚ ਭੋਜਨ ਜ਼ਿਆਦਾ ਦੇਰ ਟਾਈਮ ਕੱਢ ਜਾਂਦਾ, ਪਰ ਗਰਮੀਆਂ ਵਿੱਚ ਭੋਜਨ ਜਿਹੜਾ ਵਾ ਉਹ ਜਲਦੀ ਖਰਾਬ ਹੋ ਜਾਂਦਾ। ਠੀਕ ਹੈ, ਅਸੀਂ ਭੋਜਨ ਖਾਂਦੇ ਹਾਂ, ਭੋਜਨ ਸਾਡਾ ਸਰੀਰ ਪਚਾਉਂਦਾ ਹੈ। ਇਹ ਸਭ ਕੁਝ ਨਾ ਕੁਝ ਕਿਰਿਆਵਾਂ ਹੋ ਰਹੀਆਂ ਨੇ। ਵੈਸੇ ਤੇ ਕਿਰਿਆਵਾਂ ਦੋ ਤਰ੍ਹਾਂ ਦੀਆਂ ਹੁੰਦੀਆਂ ਨੇ, ਭੌਤਿਕ ਅਤੇ ਰਸਾਇਣਿਕ ਪਰਿਵਰਤਨ। ਜਿਸ ਤਰ੍ਹਾਂ ਆਪਾਂ ਦੇਖਿਆ ਜਾਵੇ ਦੋ ਤਰ੍ਹਾਂ ਦੇ ਪਰਿਵਰਤਨ ਹੁੰਦੇ ਹਨ, ਭੌਤਿਕ ਅਤੇ ਰਸਾਇਣਿਕ ਪਰਿਵਰਤਨ। ਭੌਤਿਕ ਪਰਿਵਰਤਨ ਜਿਹੜੇ ਪਰਿਵਰਤਨ ਜਿਨ੍ਹਾਂ ਵਿੱਚ ਆਪਾਂ ਕਹਿੰਦੇ ਕੋਈ ਨਵਾਂ ਪਦਾਰਥ ਨਹੀਂ ਬਣ ਰਿਹਾ ਅਤੇ ਉਹ ਪਰਿਵਰਤਨ ਵਾਪਸ ਆ ਜਾਂਦੇ ਹਨ। ਇਹਨਾਂ ਬਾਰੇ ਆਪਾਂ ਵੈਸੇ ਆਪਣੇ ਛੋਟੀਆਂ ਕਲਾਸਾਂ ਵਿੱਚ ਇਹਨਾਂ ਬਾਰੇ ਡਿਟੇਲ 'ਚ ਪੜ੍ਹਿਆ ਹੈ। ਰਸਾਇਣਿਕ ਪਰਿਵਰਤਨ ਜਿਨ੍ਹਾਂ ਵਿੱਚ ਕੋਈ ਨਵਾਂ ਪਦਾਰਥ ਬਣਦਾ ਹੈ ਅਤੇ ਇਹ ਪਰਿਵਰਤਨ ਜਦ ਇੱਕ ਵਾਰੀ ਹੋ ਜਾਏ, ਉਹ ਪਰਿਵਰਤਨ ਪੁਰਾਣੇ ਰੂਪ ਵਿੱਚ ਵਾਪਸ ਨਹੀਂ ਆਉਂਦਾ। ਜੇ ਆਪਾਂ ਗੱਲ ਕਰਦੇ ਹਾਂ ਰਸਾਇਣਿਕ ਕਿਰਿਆਵਾਂ ਬਾਰੇ, ਜੋ ਕਿ ਸਾਡੀ ਇਸ ਪਾਠ ਦਾ ਮੁੱਖ ਹਿੱਸਾ ਹੈ, ਤੇ ਆਪਾਂ ਉਹਨਾਂ ਨੂੰ ਪੜ੍ਹਨ ਦੀ ਕੋਸ਼ਿਸ਼ ਕਰਾਂਗੇ। ਇਹਦੇ 'ਚ ਕਈ ਕਿਰਿਆਵਾਂ ਦਿੱਤੀਆਂ ਗਈਆਂ ਹਨ, ਜਿਨ੍ਹਾਂ ਕਿਰਿਆਵਾਂ ਨੂੰ ਆਪਾਂ ਨਾਲ ਦੀ ਨਾਲ ਹੀ ਪੜ੍ਹਾਂਗੇ, ਤੁਹਾਨੂੰ ਉਦਾਹਰਨਾਂ ਦੇ ਦੇ ਕੇ ਦੱਸਾਂਗੇ। ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਵੀ ਜਦੋਂ ਕੋਈ ਪਦਾਰਥ ਆਪਸ 'ਚ ਮਿਲਦੇ ਹਨ, ਕੋਈ ਜਦੋਂ ਕਿਰਿਆ ਹੁੰਦੀ ਹੈ, ਸਾਨੂੰ ਇਹ ਕਿਸ ਤਰ੍ਹਾਂ ਪਤਾ ਲੱਗਦਾ ਹੈ ਕਿ ਕੋਈ ਕਿਰਿਆ ਹੋਈ ਹੈ। ਰਸਾਇਣਿਕ ਕਿਰਿਆ ਜਿਹੜੀ ਹੈ ਕਿਸ ਤਰ੍ਹਾਂ ਆਪਾਂ ਦੱਸ ਸਕਦੇ ਹਾਂ, ਦੈਟ ਕੈਮੀਕਲ ਰਿਐਕਸ਼ਨ ਹੈਜ਼ ਟੇਕਨ ਪਲੇਸ। ਇਸ ਕਿਤਾਬ ਦੇ ਅਕੋਰਡਿੰਗਲੀ 4 ਤਰ੍ਹਾਂ ਦੇ ਪੁਆਇੰਟ ਦੱਸੇ ਗਏ ਹਨ, 4 ਤਰ੍ਹਾਂ ਦੇ ਉਹਨਾਂ ਡਿਸਕਸ਼ਨਸ ਕੀਤੀਆਂ ਹਨ ਵੀ ਜਿੱਥੋਂ ਆਪਾਂ ਇਹ ਦੱਸ ਸਕਦੇ ਹਾਂ ਕਿ ਰਸਾਇਣਿਕ ਕਿਰਿਆ ਜਿਹੜੀ ਉਹ ਹੋਈ ਹੈ। ਜਿਵੇਂ ਸਭ ਤੋਂ ਪਹਿਲੋਂ ਅਵਸਥਾ ਵਿੱਚ ਪਰਿਵਰਤਨ। ਅਵਸਥਾ ਵਿੱਚ ਪਰਿਵਰਤਨ ਹੁੰਦਾ ਹੈ ਚੇਂਜ ਇਨ ਸਟੇਟ। ਜਿਵੇਂ ਆਪਾਂ ਗੱਲ ਕਰਦੇ ਹਾਂ, ਜਦੋਂ ਕਿਸੇ ਦੀ ਅਵਸਥਾ ਮੀਨ ਦੇਅਰ ਇਜ਼ ਚੇਂਜ ਇਨ ਸਟੇਟ। ਹੁਣ ਆਪਾਂ ਪੜ੍ਹਿਆ ਹੈ ਵੀ 3 ਤਰ੍ਹਾਂ ਦੀਆਂ ਸਟੇਟਸ ਹੁੰਦੀਆਂ ਹਨ, ਜਿਵੇਂ ਆਪਾਂ ਕਹਿੰਦੇ ਸੋਲਿਡ ਸਟੇਟ, ਲਿਕੁਇਡ ਸਟੇਟ, ਗੈਸੀਅਸ ਸਟੇਟ। ਠੀਕ ਹੈ, ਜਦੋਂ ਆਪਾਂ ਕੋਈ ਕਿਰਿਆ ਕਰਦੇ ਹਾਂ ਤੇ ਤੁਸੀਂ ਦੇਖਿਆ ਹੈ ਵੀ ਕੋਈ ਨਾ ਕੋਈ ਪਰਿਵਰਤਨ ਉਹਦੇ ਵਿੱਚ ਆਉਂਦਾ ਹੈ। ਜਿਵੇਂ ਆਪਾਂ ਜੇ ਉਦਾਹਰਨ ਲੈ ਕੇ ਚੱਲੀਏ, ਤੇ ਜਦੋਂ ਅਸੀਂ ਮੋਮ ਜਿਹੜਾ ਕੈਂਡਲ ਵੈਕਸ ਹੈ, ਜਦੋਂ ਆਪਾਂ ਉਹਨੂੰ ਬਾਲਦੇ ਹਾਂ ਤੇ ਉਹਦੇ ਵਿੱਚ ਵੈਕਸ ਸੋਲਿਡ ਹੈ, ਪਰ ਜਦੋਂ ਇਹ ਬਲਦਾ ਹੈ ਤੇ ਪਾਣੀ ਵੀ ਬਣਦਾ ਹੈ ਤੇ ਪਲੱਸ ਕਾਰਬਨ ਡਾਈਆਕਸਾਈਡ ਗੈਸ ਵੀ ਪੈਦਾ ਹੁੰਦੀ ਹੈ। ਠੀਕ ਹੈ, ਇਹ ਜਿਹੜੀ ਇੱਕ ਤਰ੍ਹਾਂ ਦੀ ਮਤਲਬ ਇਹ 'ਚ ਸੋਲਿਡ ਸਟੇਟ ਵੀ ਹੈਗੀ ਆ, ਲਿਕੁਇਡ ਸਟੇਟ ਵੀ ਆ ਤੇ ਗੈਸੀਅਸ ਸਟੇਟ ਵੀ ਆ, ਯਾਨੀ ਕਿ ਠੋਸ ਅਵਸਥਾ, ਦ੍ਰਵ ਅਵਸਥਾ ਤੇ ਗੈਸੀਅਸ ਅਵਸਥਾ। ਜਦੋਂ ਅਵਸਥਾ ਵਿੱਚ ਪਰਿਵਰਤਨ ਆਵੇ ਤਾਂ ਉਹਨਾਂ ਵਿੱਚ ਕਹਿ ਸਕਦੇ ਹਾਂ ਕਿ ਰਸਾਇਣਿਕ ਕਿਰਿਆ ਹੋਈ ਹੈ। ਦੂਜਾ ਜੋ ਮੁੱਖ ਲੱਛਣ ਹੈ ਉਹ ਹੈ ਜਦੋਂ ਆਪਾਂ ਕਹਿ ਦਿੰਦੇ ਹਾਂ ਚੇਂਜ ਇਨ ਕਲਰ ਜਾਂ ਰੰਗ ਵਿੱਚ ਪਰਿਵਰਤਨ। ਰੰਗ ਵਿੱਚ ਪਰਿਵਰਤਨ ਕਿਸ ਤਰ੍ਹਾਂ ਹੁੰਦਾ ਹੈ, ਜਿਵੇਂ ਆਪਾਂ ਤੁਹਾਨੂੰ ਜੇ ਮੈਂ ਉਦਾਹਰਨ ਦੇਵਾਂ, ਇਸ ਉਦਾਹਰਨ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ। ਇੱਕ ਪਦਾਰਥ ਹੁੰਦਾ ਹੈ ਜਿਹਨੂੰ ਆਪਾਂ ਕਹਿੰਦੇ ਹਾਂ ਪੋਟਾਸ਼ੀਅਮ ਡਾਈਕ੍ਰੋਮੇਟ। ਉਹਦਾ ਜਿਹੜਾ ਰਸਾਇਣਿਕ ਸੂਤਰ ਹੈ K2Cr2O7, ਪੋਟਾਸ਼ੀਅਮ ਡਾਈਕ੍ਰੋਮੇਟ। ਪੋਟਾਸ਼ੀਅਮ ਡਾਈਕ੍ਰੋਮੇਟ ਸੋਲਿਊਸ਼ਨ ਜਿਹੜਾ ਹੈ, ਇਹਦਾ ਰੰਗ ਹੁੰਦਾ ਹੈ ਔਰੰਜ ਕਲਰ, ਸੰਤਰੀ ਰੰਗ ਹੁੰਦਾ ਹੈ। ਜਦੋਂ ਆਪਾਂ ਇਹਦੇ ਵਿੱਚ ਸਲਫਰ ਡਾਈਆਕਸਾਈਡ ਗੈਸ ਲਗਾਉਂਦੇ ਹਾਂ ਤੇ ਇਸ ਘੋਲ ਦਾ ਰੰਗ ਔਰੰਜ ਕਲਰ ਤੋਂ ਬਦਲ ਕੇ ਗ੍ਰੀਨ ਯਾਨੀ ਕਿ ਹਰਾ ਰੰਗ ਹੋ ਜਾਂਦਾ ਹੈ। ਇਹ ਦਰਸਾਉਂਦਾ ਹੈ ਕਿ ਰਸਾਇਣਿਕ ਕਿਰਿਆ ਵਾਪਰੀ ਹੈ ਜਾਂ ਰਸਾਇਣਿਕ ਕਿਰਿਆ ਹੋਈ ਹੈ। ਤੀਸਰਾ ਲੱਛਣ ਹੈ ਗੈਸਾਂ ਦੀ ਉਤਪਤੀ ਜਾਂ ਗੈਸਾਂ ਦਾ ਨਿਕਲਣਾ। ਇਹ ਤੁਹਾਡੀ ਕਿਤਾਬ ਦੇ ਵਿੱਚ ਹੀ ਨਾਲ ਦੇ ਪਾਸੇ ਜਿਹੜੀ ਇੱਕ ਫੋਟੋ ਬਣਾਈ ਗਈ ਹੈ, ਚਿੱਤਰ ਬਣਾਇਆ ਗਿਆ ਹੈ। ਇਹਦੇ 'ਚ ਕੀ ਦਿੱਤਾ ਗਿਆ ਹੈ, ਇਹਦੇ 'ਚ ਉਹਨਾਂ ਦਾਣੇਦਾਰ ਜ਼ਿੰਕ ਦੇ ਛੋਟੇ ਛੋਟੇ ਉਹਨਾਂ ਇੱਕ ਪਾਰਟੀਕਲਸ ਲਏ ਹਨ। ਉਹਦੇ ਉੱਪਰ ਜਦੋਂ ਉਹਨਾਂ ਨੇ ਹਾਈਡਰੋਕਲੋਰਿਕ ਐਸਿਡ ਪਾਇਆ
ਤੇ ਇੱਕ ਗੈਸ ਪੈਦਾ ਹੋਈ ਹੈ, ਕਿਹੜੀ ਗੈਸ ਆ? ਹਾਈਡਰੋਜਨ ਗੈਸ। ਜਦੋਂ ਇਹ ਗੈਸ ਬਣਨੀ ਸ਼ੁਰੂ ਹੋ ਜਾਂਦੀ ਹੈ, ਇਹਦਾ ਮਤਲਬ ਹੈ ਰਸਾਇਣਿਕ ਕਿਰਿਆ ਉਹ ਹੋ ਰਹੀ ਹੈ, ਜਾਂ ਰਸਾਇਣਿਕ ਕਿਰਿਆ ਜਿਹੜੀ ਉਹ ਵਾਪਰ ਰਹੀ ਹੈ। ਯਾਨੀ ਕਿ ਗੈਸ ਦੀ ਉਤਪਤੀ, ਗੈਸ ਦਾ ਬਣਨਾ, ਫਾਰਮੇਸ਼ਨ ਆਫ ਗੈਸ ਔਰ ਐਵੋਲੂਸ਼ਨ ਆਫ ਗੈਸ, ਇਹ ਵੀ ਇੱਕ ਦਰਸਾਉਂਦਾ ਹੈ ਕਿ ਰਸਾਇਣਿਕ ਕਿਰਿਆ ਹੋਈ ਹੈ। ਚੌਥਾ ਹੈ ਤਾਪਮਾਨ ਵਿੱਚ ਪਰਿਵਰਤਨ, ਚੇਂਜ ਇਨ ਟੈਂਪਰੇਚਰ। ਦੇਖੋ ਦੋ ਤਰ੍ਹਾਂ ਦੀਆਂ ਕਿਰਿਆਵਾਂ ਹੁੰਦੀਆਂ ਹਨ, ਇੱਕ ਹੁੰਦੀਆਂ ਹਨ ਤਾਪ ਸੌਖੀ ਕਿਰਿਆਵਾਂ, ਇੱਕ ਹੁੰਦੀਆਂ ਹਨ ਤਾਪ ਨਿਕਾਸੀ ਕਿਰਿਆਵਾਂ। ਜਦੋਂ ਕਈ ਵਾਰੀ ਦੋ ਪਦਾਰਥ ਮਿਲਦੇ ਹਨ ਤੇ ਕਈ ਵਾਰੀ ਤਾਪ ਪੈਦਾ ਹੁੰਦਾ ਹੈ ਜਾਂ ਤਾਪ ਸੋਖਿਆ ਜਾਂਦਾ ਹੈ। ਤਾਪਮਾਨ ਵਿੱਚ ਪਰਿਵਰਤਨ ਜਿਹੜਾ ਆਉਣਾ ਹੈ, ਇਹ ਵੀ ਇੱਕ ਕਿਰਿਆ ਨੂੰ ਹੋਣਾ ਦਰਸਾਉਂਦਾ ਹੈ। ਜਿਵੇਂ ਛੋਟੀ ਜਿਹੀ ਆਪਾਂ ਉਦਾਹਰਨ ਲਈਏ, ਜਿਵੇਂ ਘਰ ਵਿੱਚ ਕਲੀ ਕਰਦੇ ਹਨ ਅਤੇ ਜਦੋਂ ਕਲੀ ਕਰਨ ਵਾਲੇ ਹੁੰਦੇ ਹਨ ਤਾਂ ਚੂਨਾ ਹੁੰਦਾ, ਚੂਨੇ 'ਚ ਜਦੋਂ ਪਾਣੀ ਪਾਉਂਦੇ ਹਨ ਤੇ ਉਹ ਉਬਲਣ ਲੱਗ ਪੈਂਦਾ ਹੈ, ਯਾਨੀ ਕਿ ਉਹ ਤੁਸੀਂ ਦੇਖਿਆ ਹੋਏਗਾ ਵੀ ਬਹੁਤ ਗਰਮ ਹੋ ਜਾਂਦਾ ਹੈ। ਉਹ ਕੀ ਹੁੰਦਾ ਵਾ? ਤਾਪ ਨਿਕਾਸੀ ਕਿਰਿਆ। ਇਹ ਜਿਹੜੇ 4 ਪੁਆਇੰਟ ਦੱਸੇ ਗਏ ਹਨ, ਇਹ ਚਾਰੇ ਪੁਆਇੰਟ ਇਹ ਸਿੱਧ ਕਰਦੇ ਹਨ ਕਿ ਰਸਾਇਣਿਕ ਕਿਰਿਆ ਹੋਈ ਹੈ। ਜੇ ਆਪਾਂ ਚਾਰਾਂ ਪੁਆਇੰਟ ਦੁਬਾਰਾ ਦੇਖੀਏ, ਅਵਸਥਾ ਵਿੱਚ ਪਰਿਵਰਤਨ, ਚੇਂਜ ਇਨ ਸਟੇਟ, ਰੰਗ ਵਿੱਚ ਪਰਿਵਰਤਨ, ਚੇਂਜ ਇਨ ਕਲਰ, ਗੈਸਾਂ ਦੀ ਉਤਪਤੀ ਦੈਟ ਇਜ਼ ਐਵੋਲੂਸ਼ਨ ਆਫ ਗੈਸ, ਤੇ ਤਾਪਮਾਨ ਵਿੱਚ ਪਰਿਵਰਤਨ ਦੈਟ ਇਜ਼ ਚੇਂਜ ਇਨ ਟੈਂਪਰੇਚਰ। ਵੈਸੇ ਇੱਕ ਹੋਰ ਹੁੰਦਾ ਹੈ, ਪੰਜਵਾਂ ਪੁਆਇੰਟ ਵੀ ਤੁਸੀਂ ਇਹਨੂੰ ਨੋਟ ਕਰ ਸਕਦੇ ਹੋ, ਉਹ ਹੈ ਦੈਟ ਇਜ਼ ਫਾਰਮੇਸ਼ਨ ਆਫ ਪ੍ਰੈਸਿਪਿਟੇਟਸ, ਜਾਂ ਜਿਹਨੂੰ ਆਪਾਂ ਪੰਜਾਬੀ ਵਿੱਚ ਕਹਿੰਦੇ ਹਾਂ ਅਵਖੇਪ ਬਣਨਾ, ਅਵਖੇਪ ਬਣਨੇ, ਪ੍ਰੈਸਿਪਿਟੇਟਸ ਬਣਨੇ। ਕਈ ਵਾਰੀ ਆਪਾਂ ਕਿਰਿਆ ਕਰਦੇ ਹਾਂ ਤੇ ਕੁਝ ਪਦਾਰਥ ਥੱਲੇ ਜਾ ਕੇ ਬੈਠ ਜਾਂਦੇ ਹਨ। ਇਹ ਆਪਾਂ ਪੜਾਂਗੇ ਜਦੋਂ ਆਪਾਂ ਕਿਰਿਆਵਾਂ ਦੀਆਂ ਕਿਸਮਾਂ ਪੜਾਂਗੇ ਨਾ, ਉਹ 'ਚ ਤੁਹਾਨੂੰ ਮੈਂ ਦੱਸਾਂਗਾ ਅਵਖੇਪ ਕਿਵੇਂ ਬਣਦੇ ਹਨ, ਉਹਦੀ ਉਦਾਹਰਨ ਦੇਵਾਂਗੇ। ਬਸ ਇੰਨਾ ਦੇਖਣਾ ਵੀ ਜਦੋਂ ਆਪਾਂ ਕਈ ਵਾਰੀ ਕਿਰਿਆ ਕਰਦੇ ਹਾਂ ਤੇ ਥੱਲੇ ਕੁਛ ਜਿਹੜੀਆਂ ਚੀਜ਼ਾਂ ਹਨ ਜਿਹੜੀਆਂ ਘੁਲਦੀਆਂ ਨਹੀਂ, ਘੁਲਣਸ਼ੀਲ ਪਦਾਰਥ ਹੁੰਦੇ ਆ, ਉਹ ਥੱਲੇ ਜਾ ਕੇ ਬੈਠ ਜਾਂਦੇ ਹਨ, ਉਹਨੂੰ ਆਪਾਂ ਕਹਿੰਦੇ ਅਵਖੇਪ ਬਣਨਾ, ਪ੍ਰੈਸਿਪਿਟੇਟਸ ਬਣਨੇ। ਉਹ ਵੀ ਜਿਹੜਾ ਵਾ ਇੱਕ ਲੱਛਣ ਹੈ ਰਸਾਇਣਿਕ ਕਿਰਿਆਵਾਂ ਦਾ। ਯਾਨੀ ਕਿ 5 ਲੱਛਣ ਹੋ ਗਏ ਜਿੱਥੋਂ ਆਪਾਂ ਇਹ ਨਿਰਧਾਰਿਤ ਕਰ ਸਕਦੇ ਹਾਂ ਕਿ ਰਸਾਇਣਿਕ ਕਿਰਿਆ ਹੋਈ ਹੈ। ਹੁਣ ਰਸਾਇਣਿਕ ਕਿਰਿਆ ਬਾਰੇ ਆਪਾਂ ਨੂੰ ਪਤਾ ਲੱਗ ਗਿਆ। ਹੁਣ ਆਪਾਂ ਪੜਾਂਗੇ ਰਸਾਇਣਿਕ ਸਮੀਕਰਨਾਂ ਬਾਰੇ, ਕੈਮੀਕਲ ਇਕੁਏਸ਼ਨਸ ਕੀ ਹਨ। ਦੇਖੋ ਕੋਈ ਵੀ ਪਦਾਰਥ ਜਦੋਂ ਆਪਾਂ ਮਿਲਦੇ ਹਨ ਤੇ ਆਪਾਂ ਉਹਨੂੰ ਇੱਕ ਕਿਰਿਆ ਦੀ ਇਕੁਏਸ਼ਨ ਦੀ ਫਾਰਮ ਵਿੱਚ ਲਿਖਦੇ ਹਾਂ। ਹੁਣ ਜੇ ਆਪਾਂ ਇਕੁਏਸ਼ਨ ਦੀ ਫਾਰਮ 'ਚ ਲਿਖਣ ਲੱਗਿਆ ਉਹਦਾ ਨਾਮ ਵਰਤੀਏ, ਜਿਵੇਂ ਆਪਾਂ ਇੱਥੇ ਲਿਖਿਆ ਵਾ ਮੈਗਨੀਸ਼ੀਅਮ ਪਲੱਸ ਆਕਸੀਜਨ, ਤੁਹਾਡੇ ਉਦਾਹਰਨ ਦਿੱਤੀ ਆ, ਇਹ ਬਣ ਗਿਆ ਮੈਗਨੀਸ਼ੀਅਮ ਆਕਸਾਈਡ। ਇਹ ਬਹੁਤ ਜ਼ਿਆਦਾ ਵੱਡਾ ਹੋ ਜਾਏਗਾ, ਇਹਨੂੰ ਲਿਖਣਾ ਵੀ ਕਾਫੀ ਟਾਈਮ ਲੱਗੇਗਾ, ਠੀਕ ਹੈ। ਇਸ ਕਰਕੇ ਕੈਮੀਕਲ ਇਕੁਏਸ਼ਨ ਨੂੰ ਕੀ ਲਿਖਦੇ ਆ ਆਪਾਂ, ਉਹਨਾਂ ਜਿਹੜੇ ਐਲੀਮੈਂਟਸ ਆ, ਜਿਹੜੇ ਤੱਤ ਆ, ਉਹਨਾਂ ਦੇ ਸਿੰਬਲ ਦੀ ਫਾਰਮ ਦੇ ਵਿੱਚ ਉਹਨਾਂ ਦੇ ਆਪਾਂ ਨੂੰ ਲਿਖਦੇ ਆ, ਸੰਕੇਤ ਹੁੰਦੇ ਆ। ਤੁਸੀਂ 9th ਕਲਾਸ ਵਿੱਚ ਵੀ ਪੜ੍ਹਿਆ ਵਾ ਤੇ ਇਸ 10ਵੀਂ ਕਲਾਸ ਦੇ ਵਿੱਚ ਵੀ ਤੁਹਾਡਾ 5ਵਾਂ ਚੈਪਟਰ ਜਿਹੜਾ ਹੈ, ਜਿਹਨੂੰ ਆਪਾਂ ਕਹਿੰਦੇ ਹਾਂ ਪੀਰੀਓਡਿਕ ਟੇਬਲ, ਠੀਕ ਆ, ਜਿਹੜੀ ਆਵਰਤੀ ਸਾਰਣੀ ਜਿਹੜੀ ਹੈ, ਉਹਦੇ ਵਿੱਚ ਵੀ ਤੁਸੀਂ ਜਾ ਕੇ ਪੜ੍ਹੋਗੇ ਵੀ ਵੱਖਰੇ ਵੱਖਰੇ ਜਿਹੜੇ ਆ ਤੱਤ, ਉਹਨਾਂ ਦੇ ਸੰਕੇਤ ਦਿੱਤੇ ਗਏ ਹਨ। ਤੇ ਉਹਨਾਂ ਸੰਕੇਤਾਂ ਦੀ ਵਰਤੋਂ ਕਰਕੇ ਹੀ ਅਸੀਂ ਰਸਾਇਣਿਕ ਕਿਰਿਆਵਾਂ ਨੂੰ ਲਿਖ ਸਕਦੇ ਹਾਂ। ਉਹ ਲਿਖਣਾ ਬਹੁਤ ਸੌਖਾ ਹੋ ਜਾਏਗਾ। ਜਿਵੇਂ ਇਹੋ ਹੀ ਕਿਰਿਆ ਦਿੱਤੀ ਗਈ ਆ ਮੈਗਨੀਸ਼ੀਅਮ ਪਲੱਸ ਆਕਸੀਜਨ। ਹੁਣ ਮੈਗਨੀਸ਼ੀਅਮ ਦਾ ਸੰਕੇਤ ਹੁੰਦਾ Mg, ਪਲੱਸ ਆਕਸੀਜਨ ਆਪਾਂ ਲਿਖਦੇ O2, ਇਹ 'ਚ ਆਕਸੀਜਨ ਦੇ 2 ਪਰਮਾਣੂ ਹਨ ਤੇ ਇਹ ਬਣ ਗਿਆ MgO, ਇਹਨੂੰ ਕਹਿੰਦੇ ਮੈਗਨੀਸ਼ੀਅਮ ਆਕਸਾਈਡ। ਇਸ ਤਰੀਕੇ ਨਾਲ ਆਪਾਂ ਕੋਈ ਵੀ ਜਿਹੜੀ ਸਮੀਕਰਨ ਉਹਨੂੰ ਆਪਾਂ ਲਿਖ ਸਕਦੇ ਹਾਂ, ਕੈਮੀਕਲ ਇਕੁਏਸ਼ਨ ਨੂੰ ਲਿਖ ਸਕਦੇ ਹਾਂ। ਕੈਮੀਕਲ ਇਕੁਏਸ਼ਨ ਲਿਖਣ ਤੋਂ ਪਹਿਲਾਂ ਅਸੀਂ ਸਮਝੀਏ ਜੋ ਚੀਜ਼ਾਂ ਇਸ ਸਮੀਕਰਨ ਦੇ ਖੱਬੇ ਪਾਸੇ ਦਿੱਤੀਆਂ ਗਈਆਂ ਹਨ ਉਹਨਾਂ ਨੂੰ ਕਿਹਾ ਜਾਂਦਾ ਹੈ ਅਭਿਕਾਰਕ ਜਾਂ ਰਿਐਕਟੈਂਟਸ। ਜੋ ਪਦਾਰਥ ਇਸ ਦੇ ਸੱਜੇ ਪਾਸੇ ਦਿੱਤੇ ਗਏ ਹਨ ਉਹਨਾਂ ਨੂੰ ਕਿਹਾ ਜਾਂਦਾ ਹੈ ਉਤਪਾਦ, ਜਾਂ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਪ੍ਰੋਡਕਟਸ ਕਿਹਾ ਜਾਂਦਾ ਹੈ। ਜਿਵੇਂ ਦੇਖੋ ਹੁਣ ਆਪਾਂ ਨੂੰ ਦੇਖੀਏ ਤੇ ਇਸ 'ਚ ਮੈਗਨੀਸ਼ੀਅਮ ਤੇ ਆਕਸੀਜਨ ਇਹ ਦੋਵੇਂ ਅਭਿਕਾਰਕ ਹਨ, these are reactants। ਵਿੱਚ ਪਲੱਸ ਦਾ ਨਿਸ਼ਾਨ ਸ਼ੋ ਕਰਨ ਡਿਆ ਵੀ ਇਹ ਦੋਵੇਂ ਆਪਸ 'ਚ ਮਿਲਦੇ ਹਨ ਤੇ ਇੱਕ ਐਰੋ ਦਿੱਤਾ ਗਿਆ ਹੈ, ਐਰੋ ਦਾ ਮੂੰਹ ਇਸ ਪਾਸੇ ਨੂੰ ਹੈ, ਇਹਦਾ ਮਤਲਬ ਕਿਰਿਆ ਜਿਹੜੀ ਹੈ ਇੱਧਰੋਂ ਇੱਧਰ ਨੂੰ ਜਾ ਰਹੀ ਹੈ ਤੇ ਇਹ ਮਿਲ ਕੇ ਕੀ ਬਣ ਗਿਆ? ਮੈਗਨੀਸ਼ੀਅਮ ਆਕਸਾਈਡ। ਇਹ ਕੀ ਹੈ? ਪ੍ਰੋਡਕਟ ਹੈ। ਰਿਐਕਟੈਂਟ ਬਾਰੇ, ਪ੍ਰੋਡਕਟ ਬਾਰੇ, ਯਾਨੀ ਕਿ ਅਭਿਕਾਰਕ ਤੇ ਉਤਪਾਦ ਬਾਰੇ ਸਾਨੂੰ ਪਤਾ ਲੱਗ ਗਿਆ, ਠੀਕ ਹੈ। ਹੁਣ ਜਿਵੇਂ ਦੇਖੋ ਆਪਾਂ ਹੁਣੇ ਪੜ੍ਹ ਕੇ ਆਏ ਹਾਂ, ਇਹ ਉਹਨਾਂ ਸਮੀਕਰਨ ਜਿਵੇਂ ਤੁਹਾਨੂੰ ਮੈਂ ਦੱਸਿਆ ਅੱਗੇ, ਇਹ ਆਪਾਂ ਨੂੰ ਸੰਕੇਤ ਦੀ ਫਾਰਮ 'ਚ ਲਿਖ ਕੇ ਦੱਸੀ ਆ, ਮੈਗਨੀਸ਼ੀਅਮ ਪਲੱਸ ਆਕਸੀਜਨ, ਇਹ ਮਿਲ ਕੇ ਬਣ ਗਿਆ ਮੈਗਨੀਸ਼ੀਅਮ ਆਕਸਾਈਡ। ਖੱਬੇ ਪਾਸੇ ਦੋਵੇਂ ਜਿਹੜੇ ਆ ਅਭਿਕਾਰਕ ਰਿਐਕਟੈਂਟ ਹਨ ਤੇ ਸੱਜੇ ਪਾਸੇ ਜੋ ਦਿੱਤਾ ਗਿਆ ਇਹ ਉਹਦਾ ਪ੍ਰੋਡਕਟ। ਹੁਣ ਇਹ ਸਮੀਕਰਨ ਸੰਤੁਲਿਤ ਯਾਨੀ ਕਿ ਬੈਲੈਂਸਡ ਹੈ ਕਿ ਨਹੀਂ ਹੈ, ਇਹ ਅਸੀਂ ਦੇਖਣਾ ਹੈ।
ਆਪਾਂ ਨੂੰ ਕਿਸ ਤਰ੍ਹਾਂ ਪਤਾ ਲੱਗਦਾ ਹੈ ਕਿ ਸਮੀਕਰਨ ਬੈਲੈਂਸ ਹੈ ਕਿ ਨਹੀਂ ਬੈਲੈਂਸ। ਦੇਖੋ ਤੁਸੀਂ ਆਪਣੀ ਅੱਗੇ ਵੀ ਛੋਟੇ ਕਲਾਸੇ ਵਿੱਚ ਵੀ ਪੜ੍ਹਿਆ ਹੈ, ਠੀਕ ਹੈ। ਇੱਕ ਨਿਯਮ ਜਿਹੜਾ ਉਹ ਪੜ੍ਹਦੇ ਹੋ ਤੁਸੀਂ, ਉਸ ਨਿਯਮ ਨੂੰ ਆਪਾਂ ਕਹਿੰਦੇ ਆ ਪੁੰਜ ਦਾ ਸੁਰੱਖਿਆ ਨਿਯਮ। ਪੁੰਜ ਦਾ ਸੁਰੱਖਿਆ ਨਿਯਮ ਕੀ ਹੁੰਦਾ ਵਾ, ਕਿਸੇ ਵੀ ਰਸਾਇਣਿਕ ਕਿਰਿਆ ਵਿੱਚ ਨਾ ਤਾਂ ਪੁੰਜ ਪੈਦਾ ਕੀਤਾ ਜਾਂਦਾ ਹੈ ਅਤੇ ਨਾ ਹੀ ਨਸ਼ਟ ਕੀਤਾ ਜਾਂਦਾ ਹੈ। ਯਾਨੀ ਕਿ ਜਿੰਨਾ ਮਾਸ ਅਭਿਕਾਰਕ ਯਾਨੀ ਕਿ ਰਿਐਕਟੈਂਟ ਦਾ ਹੋਵੇਗਾ, ਓਨਾ ਹੀ ਮਾਸ ਓਨਾ ਹੀ ਪੁੰਜ ਕਿਹਦਾ ਹੋਣਾ ਚਾਹੀਦਾ ਹੈ, ਪ੍ਰੋਡਕਟ ਦਾ। ਜੇ ਤੇ ਇਹ ਪੁੰਜ ਖੱਬੇ ਪਾਸੇ ਅਤੇ ਸੱਜੇ ਪਾਸੇ ਬਰਾਬਰ ਹੈ ਤੇ ਰਸਾਇਣਿਕ ਕਿਰਿਆ ਸੰਤੁਲਿਤ ਹੈ। ਜੇ ਇਹ ਬਰਾਬਰ ਨਹੀਂ ਹੈ ਤੇ ਅਸੀਂ ਕਹਾਂਗੇ ਇਹ ਰਸਾਇਣਿਕ ਕਿਰਿਆ ਜਿਹੜੀ ਹੈ ਇਹ ਅਸੰਤੁਲਿਤ ਰਸਾਇਣਿਕ ਕਿਰਿਆ ਹੈ। ਜਿਵੇਂ ਕਿ ਆਪਾਂ ਇੱਥੇ ਹੀ ਦੇਖਦੇ ਹਾਂ, ਇੱਧਰ ਦੇਖੋ ਤੁਸੀਂ, ਇੱਧਰ ਇਹ ਜਿਹੜਾ ਮੈਗਨੀਸ਼ੀਅਮ ਹੈ ਨਾ, ਇਹ ਤੱਤ ਹੈ। ਜੋ ਇਹਦੇ ਅੱਗੇ ਸਿੰਬਲ ਪਿਆ ਹੋਵੇਗਾ, ਮਤਲਬ ਇਹਦੇ ਅੱਗੇ ਕੁਛ ਨਹੀਂ ਲਿਖਿਆ, ਜਦੋਂ ਮੈਗਨੀਸ਼ੀਅਮ ਅੱਗੇ ਕੁਛ ਨਹੀਂ ਲਿਖਿਆ, ਇਕੱਲਾ Mg ਲਿਖਿਆ ਵਾ, ਤੇ ਇਹਦੇ ਅੱਗੇ ਉਹ ਬਾਈ ਡਿਫਾਲਟ ਇੱਕ ਮੰਨਿਆ ਜਾਵੇਗਾ, ਯਾਨੀ ਕਿ ਇੱਕ ਅਣੂ। ਤੇ ਇਹਦੇ ਪੈਰਾਂ ਦੇ ਵਿੱਚ ਵੀ ਕੁਛ ਨਹੀਂ ਆ, ਯਾਨੀ ਕਿ ਇੱਕ ਪਰਮਾਣੂ। ਹੁਣ ਜਿਵੇਂ ਦੇਖੋ O2 ਆ, O2 ਜਿਹੜਾ ਵਾ ਇਹ ਸ਼ੋ ਕਰਦਾ ਉਹਦੇ ਅੱਗੇ ਕੋਈ ਨਹੀਂ, ਯਾਨੀ ਕਿ ਇੱਕ ਅਣੂ। ਤੇ ਕਿੰਨੇ ਪਰਮਾਣੂ ਇਹਦੇ, 2 ਪਰਮਾਣੂ। ਯਾਨੀ ਕਿ ਖੱਬੇ ਪਾਸੇ ਮੈਗਨੀਸ਼ੀਅਮ ਦਾ ਇੱਕ ਪਰਮਾਣੂ ਆ ਤੇ ਆਕਸੀਜਨ ਦੇ 2 ਪਰਮਾਣੂ ਆ। ਸੱਜੇ ਪਾਸੇ ਮੈਗਨੀਸ਼ੀਅਮ ਦਾ ਇੱਕ ਪਰਮਾਣੂ ਤੇ ਆਕਸੀਜਨ ਦਾ ਵੀ ਇੱਕ ਪਰਮਾਣੂ ਆ। ਇੱਧਰ ਆਕਸੀਜਨ ਦੇ 2 ਪਰਮਾਣੂ ਸੀ, ਇੱਧਰ ਆਕਸੀਜਨ ਦਾ ਇੱਕ ਪਰਮਾਣੂ ਆ। ਜੇ ਪਰਮਾਣੂ ਇੱਕ ਆ, ਹੁਣ ਆਕਸੀਜਨ ਦੇ ਇੱਕ ਪਰਮਾਣੂ ਦਾ ਜਿਹੜਾ ਪੁੰਜ ਆ ਇਹ 16 ਵਾ। ਇਹਦਾ ਮਤਲਬ ਕਿ ਖੱਬੇ ਪਾਸੇ ਆਕਸੀਜਨ ਦਾ ਪੁੰਜ 32 ਆ, ਪਰ ਸੱਜੇ ਪਾਸੇ ਆਕਸੀਜਨ ਦਾ ਇੱਕੋ ਪਰਮਾਣੂ, ਯਾਨੀ ਕਿ ਪੁੰਜ ਕਿੰਨਾ ਹੋ ਗਿਆ, 16। ਇਹ ਬਰਾਬਰ ਨਹੀਂ ਆ, ਇਹ ਪੁੰਜ ਦੇ ਸੁਰੱਖਿਆ ਨਿਯਮ ਨੂੰ ਫੋਲੋ ਨਹੀਂ ਕਰਦਾ। ਇਸ ਕਰਕੇ ਇਹ ਜੋ ਕਿਰਿਆ ਹੈ, ਆਪਾਂ ਕਹਾਂਗੇ ਜਿਹੜੀ ਰਸਾਇਣਿਕ ਕਿਰਿਆ, ਰਸਾਇਣਿਕ ਸਮੀਕਰਨ ਹੈ, ਇਹ ਅਸੰਤੁਲਿਤ ਹੈ। ਤੇ ਰਸਾਇਣਿਕ ਕਿਰਿਆ ਨੂੰ, ਰਸਾਇਣਿਕ ਸਮੀਕਰਨ ਨੂੰ ਸੰਤੁਲਿਤ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਜਦੋਂ ਤੱਕ ਇਹ ਕਿਰਿਆ ਸੰਤੁਲਿਤ ਨਹੀਂ ਹੋਵੇਗੀ, ਉਦੋਂ ਤੱਕ ਇਹ ਕਿਰਿਆ ਜਿਹੜੀ ਹੈ ਇਹ ਗਲਤ ਮੰਨੀ ਜਾਵੇਗੀ। ਹੁਣ ਆਪਾਂ ਇਸ ਚੈਪਟਰ ਦੇ ਵਿੱਚ ਰਸਾਇਣਿਕ ਕਿਰਿਆ ਨੂੰ ਸੰਤੁਲਿਤ ਕਰਨ ਦੇ ਬਾਰੇ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਰਸਾਇਣਿਕ ਕਿਰਿਆ ਨੂੰ ਸੰਤੁਲਿਤ ਕਿਵੇਂ ਕੀਤਾ ਜਾਣਾ ਚਾਹੀਦਾ ਹੈ ਜਾਂ ਕਿਵੇਂ ਕੀਤਾ ਜਾਂਦਾ ਹੈ। ਉਸ ਦੇ ਵਾਸਤੇ ਸਭ ਤੋਂ ਪਹਿਲਾਂ ਆਪਾਂ ਨੂੰ ਤੱਤ, ਅਣੂ ਅਤੇ ਪਰਮਾਣੂ, ਇਹਨਾਂ ਦੇ ਬਾਰੇ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ। ਜਿਵੇਂ ਇੱਕ ਉਦਾਹਰਨ ਆਪਾਂ ਲੈ ਕੇ ਚੱਲਦੇ ਹਾਂ, ਤੁਹਾਨੂੰ ਉਦਾਹਰਨ ਦਿੱਤੀ ਗਈ ਹੈ, ਜ਼ਿੰਕ ਪਲੱਸ ਸਲਫਿਊਰਿਕ ਐਸਿਡ, ਇਹ ਮਿਲ ਕੇ ਬਣਦਾ ਹੈ ਜ਼ਿੰਕ ਸਲਫੇਟ ਅਤੇ ਹਾਈਡਰੋਜਨ ਗੈਸ ਪੈਦਾ ਹੁੰਦੀ ਹੈ। ਹੁਣ ਦੇਖੋ, ਜਦੋਂ ਆਪਾਂ ਇਹਦਾ ਸੰਕੇਤ ਲਿਖਾਂਗੇ ਤੇ ਜ਼ਿੰਕ ਦਾ ਸੰਕੇਤ ਹੈ Zn, ਸਲਫਿਊਰਿਕ ਐਸਿਡ ਦਾ H2SO4, ਜ਼ਿੰਕ ਸਲਫੇਟ ਹੈ ZnSO4 ਅਤੇ ਹਾਈਡਰੋਜਨ ਦਾ H2। ਇੱਥੇ ਦੇਖੋ, ਸਭ ਤੋਂ ਪਹਿਲਾਂ ਆਪਾਂ ਖੱਬੇ ਪਾਸੇ ਚੱਲੀਏ। ਜ਼ਿੰਕ ਦੇ ਕਿੰਨੇ ਅਣੂ ਹਨ, ਅੱਗੇ ਕੁਛ ਨਹੀਂ ਲਿਖਿਆ, ਯਾਨੀ ਕਿ ਇੱਕ ਅਣੂ। H2SO4 ਦਾ ਵੀ ਕੁਛ ਨਹੀਂ ਲਿਖਿਆ, ਇਹਦਾ ਵੀ ਇੱਕ ਅਣੂ, ਇਹਦਾ ਵੀ ਇੱਕ ਅਣੂ ਤੇ ਇਹਦਾ ਵੀ ਇੱਕ ਅਣੂ। ਪਰ ਆਪਾਂ ਇਸ ਤਰ੍ਹਾਂ ਨਹੀਂ ਦੇਖਣਾ, ਅਸੀਂ ਇਹਨੂੰ ਪਰਮਾਣੂਆਂ ਦੇ ਹਿਸਾਬ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ। ਜ਼ਿੰਕ ਦਾ ਇੱਕ ਹੀ ਪਰਮਾਣੂ, ਕਿਉਂਕਿ ਜ਼ਿੰਕ ਦੇ ਪੈਰਾਂ 'ਚ ਕੁਛ ਵੀ ਨਹੀਂ। ਜਿਹੜਾ ਪੈਰਾਂ 'ਚ ਹੁੰਦਾ ਉਹਨੂੰ ਆਪਾਂ ਇੰਗਲਿਸ਼ 'ਚ ਕਹਿੰਦੇ ਆ ਸਬਸਕ੍ਰਿਪਟ। ਜੇ ਆਪਾਂ ਇੱਧਰ ਗੱਲ ਕਰੀਏ, ਆਪਣਾ ਜਿਹੜਾ ਵਾ ਰਿਐਕਟੈਂਟ ਵਾਲੇ ਪਾਸੇ, H2 ਯਾਨੀ ਕਿ ਹਾਈਡਰੋਜਨ ਦੇ 2 ਪਰਮਾਣੂ ਹਨ, ਸਲਫਰ ਦਾ ਇੱਕ ਪਰਮਾਣੂ ਅਤੇ ਆਕਸੀਜਨ ਦੇ 4 ਪਰਮਾਣੂ। ਯਾਨੀ ਕਿ ਆਪਾਂ ਜੇ ਇੱਕ ਛੋਟਾ ਜਿਹਾ ਟੇਬਲ ਬਣਾ ਕੇ ਦੇਖੀਏ, ਆਪਣਾ ਸਭ ਤੋਂ ਪਹਿਲੇ ਇੱਥੇ ਆਪਾਂ ਕਿਰਿਆ ਦੁਬਾਰਾ ਲਿਖ ਲਈਏ, ਕਿਉਂਕਿ Zn ਪਲੱਸ H2SO4 ਇਹ ਮਿਲ ਕੇ ਬਣ ਗਿਆ ZnSO4 ਪਲੱਸ ਹਾਈਡਰੋਜਨ ਗੈਸ। ਹੁਣ ਆਪਾਂ ਇਹਨਾਂ ਵਿੱਚ ਪਰਮਾਣੂਆਂ ਦੀ ਗਿਣਤੀ ਨੂੰ ਆਪਾਂ ਵੇਖੀਏ ਕਿਸ ਤਰ੍ਹਾਂ। ਦੇਖੋ ਹੁਣ, ਜਿਵੇਂ ਦੇਖੋ ਰਿਐਕਟੈਂਟ ਵਾਲੇ ਪਾਸੇ, ਅਭਿਕਾਰਕਾਂ ਵਾਲੇ ਪਾਸੇ ਜ਼ਿੰਕ ਦਾ ਇੱਕ ਪਰਮਾਣੂ ਤੇ ਉਤਪਾਦ ਯਾਨੀ ਕਿ ਪ੍ਰੋਡਕਟ ਵਾਲੇ ਪਾਸੇ ਵੀ ਜ਼ਿੰਕ ਦਾ ਇੱਕ ਪਰਮਾਣੂ, ਯਾਨੀ ਕਿ ਜ਼ਿੰਕ ਦੀ ਤੇ ਗਿਣਤੀ ਜਿਹੜੀ ਬਿਲਕੁਲ ਇਹਦੇ ਬਰਾਬਰ ਹੈ, ਇੱਧਰ ਵੀ ਇੱਕ ਤੇ ਇੱਧਰ ਵੀ ਇੱਕ। ਅੱਗੇ ਗੱਲ ਆ ਗਈ ਹਾਈਡਰੋਜਨ ਦੀ। ਹਾਈਡਰੋਜਨ ਦੇ ਇੱਧਰ 2 ਪਰਮਾਣੂ, ਇੱਧਰ ਹਾਈਡਰੋਜਨ ਦੇ 2 ਪਰਮਾਣੂ, ਇਹ ਵੀ ਬਰਾਬਰ ਹੈ, ਕੋਈ ਆਪਾਂ ਇਹਦੇ ਵਿੱਚ ਵੀ ਬਦਲਾਵ ਦੀ ਲੋੜ ਨਹੀਂ ਹੈਗੀ। ਅੱਗੇ ਗੱਲ ਆ ਗਈ ਸਲਫਰ ਦੀ। ਸਲਫਰ ਯਾਨੀ ਕਿ ਸੰਕੇਤ ਹੁੰਦਾ S, ਇੱਧਰ S ਦੇ ਕੁਛ ਨਹੀਂ ਪੈਰਾਂ ਦੇ ਵਿੱਚ, ਯਾਨੀ ਕਿ ਇੱਕ ਪਰਮਾਣੂ, ਇੱਧਰ ਵੀ S ਦਾ ਇੱਕ ਪਰਮਾਣੂ, ਇਹ ਵੀ ਬਰਾਬਰ ਹੈ। ਅੱਗੇ ਗੱਲ ਆ ਗਈ ਆਕਸੀਜਨ ਦੀ। ਇੱਧਰ ਆਕਸੀਜਨ ਦੇ ਕਿੰਨੇ ਪਰਮਾਣੂ ਹਨ, 4, ਇੱਧਰ ਵੀ ਆਕਸੀਜਨ ਦੇ ਕਿੰਨੇ ਪਰਮਾਣੂ ਹਨ, 4। ਲਓ ਜੀ, ਇਹ ਕਿਰਿਆ ਤੇ ਪਹਿਲੋਂ ਹੀ ਬੈਲੈਂਸਡ ਹੈ। ਇਹ ਆਲਰੇਡੀ ਜਿਹੜੀ ਬੈਲੈਂਸ ਇਕੁਏਸ਼ਨ ਹੈ, ਇਹ ਸੰਤੁਲਿਤ ਇਕੁਏਸ਼ਨ ਹੈ। ਇਸ ਇਕੁਏਸ਼ਨ ਦੇ ਵਿੱਚ ਆਪਾਂ ਨੂੰ ਕਿਸੇ ਤਰ੍ਹਾਂ ਦੇ ਬਦਲਾਵ ਦੀ ਜ਼ਰੂਰਤ ਨਹੀਂ ਹੈਗੀ। ਤੇ ਇਹੋ ਹੀ ਕਿਰਿਆ ਜਿਹੜੀ ਸੰਤੁਲਿਤ ਕਿਰਿਆ ਹੈ, ਇਹੀ ਅਸਲੀ ਕਿਰਿਆ ਜਿਹੜੀ ਰਸਾਇਣਿਕ ਸਮੀਕਰਨ ਜਿਹੜੀ ਮੰਨੀ ਜਾਂਦੀ ਹੈ।
ਹੁਣ ਆਪਾਂ ਇੱਕ ਐਗਜ਼ਾਮਪਲ ਹੋਰ ਲੈ ਕੇ ਚੱਲਦੇ ਹਾਂ, ਜਿਹਦੇ 'ਚ ਆਪਾਂ ਇਹਨੂੰ ਬੈਲੈਂਸ ਕਰਨ ਦੀ ਕੋਸ਼ਿਸ਼ ਕਰਾਂਗੇ। ਆਪਣੇ ਕੋਲ ਅਗਲੀ ਸਮੀਕਰਨ ਐਗਜ਼ਾਮਪਲ ਦਿੱਤਾ ਗਿਆ Fe ਕਿਹਦਾ ਸੰਕੇਤ ਹੁੰਦਾ? ਆਇਰਨ ਯਾਨੀ ਕਿ ਲੋਹਾ ਤੱਤ, ਪਲੱਸ H2O ਯਾਨੀ ਕਿ ਵਾਟਰ ਮੀਨਸ ਪਾਣੀ। ਇਹ ਮਿਲ ਕੇ ਬਣ ਗਿਆ Fe3O4 ਆਇਰਨ ਆਕਸਾਈਡ, ਤੇ ਪਲੱਸ H2 ਹੁਣ ਤੁਹਾਨੂੰ ਪਤਾ ਲੱਗ ਗਿਆ H2 ਕੀ ਆ? ਹਾਈਡਰੋਜਨ ਗੈਸ। ਵੈਸੇ ਤੁਸੀਂ 9th ਕਲਾਸ ਵਿੱਚ ਸਾਰੇ ਸਿੰਬਲਸ ਪੜ੍ਹੇ ਹੋਣਗੇ। ਹੁਣ ਆਪਾਂ ਇਸ ਚੀਜ਼ ਨੂੰ ਫਿਰ ਟੇਬਲ ਬਣਾ ਕੇ ਸਮਝਣ ਦੀ ਕੋਸ਼ਿਸ਼ ਕਰੀਏ ਕਿ ਦੋਵੇਂ ਪਾਸੇ ਹਰ ਇੱਕ ਤੱਤ ਦੇ ਪਰਮਾਣੂਆਂ ਦੀ ਗਿਣਤੀ ਬਰਾਬਰ ਹੈ। ਜੇ ਇਹਦੇ ਬਰਾਬਰ ਹੈ ਤੇ ਸਮੀਕਰਨ ਸੰਤੁਲਿਤ ਹੈ, ਜੇ ਬਰਾਬਰ ਨਹੀਂ ਹੈ ਤੇ ਸਮੀਕਰਨ ਨੂੰ ਸੰਤੁਲਿਤ ਕਰਨ ਦੀ ਜ਼ਰੂਰਤ ਹੈ। ਹੁਣ ਆਪਾਂ ਚੱਲੀਏ ਪਹਿਲੋਂ ਅਭਿਕਾਰਕ ਵਾਲੇ ਪਾਸੇ। ਇੱਧਰ ਦੇਖੋ Fe ਆਇਰਨ, ਕਿੰਨੇ ਪਰਮਾਣੂ ਹਨ? ਆਇਰਨ ਦੇ ਪੈਰਾਂ 'ਚ ਕੁਛ ਹੈਗਾ? ਨਹੀਂ, ਯਾਨੀ ਕਿ 1। ਪ੍ਰੋਡਕਟ ਵਾਲੇ ਪਾਸੇ ਵੇਖੋ Fe ਦੇ ਪੈਰਾਂ 'ਚ ਕਿੰਨਾ? 3, ਯਾਨੀ ਕਿੰਨੇ ਪਰਮਾਣੂ? 3। ਇਹਦਾ ਮਤਲਬ ਵੀ ਲੋਹਾ ਜਿਹੜਾ ਵਾ ਇਹ ਤੇ ਸੰਤੁਲਿਤ ਨਹੀਂ ਹੈਗਾ। ਚਲੋ ਅੱਗੇ ਬਾਕੀ ਵੀ ਦੇਖੀਏ। ਇੱਧਰ ਆਪਾਂ ਅੱਗੇ H2O ਤੇ ਪਾਣੀ ਤੇ ਹਾਈਡਰੋਜਨ ਦੇ ਕਿੰਨੇ ਪਰਮਾਣੂ? 2। ਇੱਧਰ ਹਾਈਡਰੋਜਨ ਦੇ 2, ਇਹ ਤੇ ਬਰਾਬਰ ਹਨ। ਅੱਗੇ ਗੱਲ ਆ ਗਈ ਆਕਸੀਜਨ ਦੀ। ਇੱਧਰ ਆਕਸੀਜਨ ਦਾ 1 ਤੇ ਇੱਧਰ ਆਕਸੀਜਨ ਦਾ ਕਿੰਨੇ ਹਨ? 4। ਇਹਦਾ ਮਤਲਬ ਵੀ ਆਕਸੀਜਨ ਦੇ ਤੇ ਆਇਰਨ ਯਾਨੀ ਕਿ ਲੋਹੇ ਦੇ ਪਰਮਾਣੂਆਂ ਦੀ ਗਿਣਤੀ ਜਿਹੜੀ ਬਰਾਬਰ ਨਹੀਂ ਹੈ। ਹੁਣ ਆਪਾਂ ਇਹਨਾਂ ਨੂੰ ਬਰਾਬਰ ਕਰਨਾ ਹੈ, ਖੱਬੇ ਤੇ ਸੱਜੇ ਪਾਸੇ ਦੇ ਪਰਮਾਣੂਆਂ ਨੂੰ ਬਰਾਬਰ ਕਰਨਾ ਹੈ। ਲੋਹੇ ਨੂੰ ਬਰਾਬਰ ਕਰਨ ਵਾਸਤੇ ਤਾਂ ਬੜੀ ਸਿੰਪਲ ਜੀ ਗੱਲ ਹੈ। ਅਸੀਂ ਕੀ ਕਰਾਂਗੇ, ਆਇਰਨ ਦੇ ਅੱਗੇ ਆਪਾਂ 3 ਅਣੂ, ਜਿਹੜਾ ਨੰਬਰ ਅੱਗੇ ਪੈਂਦਾ ਹੈ ਅਣੂਆਂ ਦੀ ਗਿਣਤੀ ਨੂੰ ਦਰਸਾਉਂਦਾ ਹੈ। ਠੀਕ ਹੈ, ਆਪਾਂ 3 ਨੰਬਰ ਇੱਥੇ ਪਾ ਦਿੱਤਾ। 3 ਨੰਬਰ ਪਾਉਣ ਦਾ ਕੀ ਮਤਲਬ ਹੋਇਆ ਵੀ ਜਿਹੜਾ ਲੋਹਾ ਤੱਤ ਆ ਇਹ ਕਿੰਨਾ ਹੋ ਗਿਆ? 3। ਇੱਧਰ 3 ਤੇ ਦੂਜੇ ਪਾਸੇ ਪਹਿਲਾਂ 3 ਸੀ, ਉਧਰ ਤੇ ਉਹ ਬਰਾਬਰ ਸੀ, ਉਧਰ ਤਾਂ ਆਪਾਂ ਯਾਨੀ ਕਿ ਆਇਰਨ ਆਪਾਂ ਬਰਾਬਰ ਕਰ ਲਿਆ। ਹੁਣ ਅੱਗੇ ਵਾਰੀ ਆ ਗਈ ਹਾਈਡਰੋਜਨ ਦੀ। ਹਾਈਡਰੋਜਨ ਇੱਧਰ 2 ਆ, ਇੱਧਰ ਵੀ 2, ਇਹਦੇ ਬੈਲੈਂਸ ਹੈ। ਆਕਸੀਜਨ ਆਪਾਂ ਦੇਖਿਆ ਸੀ ਇੱਧਰ 1 ਤੋਂ ਉੱਧਰ 4। ਹੁਣ ਆਕਸੀਜਨ ਨੂੰ ਬੈਲੈਂਸ ਕਰਨ ਵਾਸਤੇ ਆਪਾਂ ਨੂੰ ਇੱਧਰ ਕਿੰਨਾ ਪਾਉਣਾ ਪਏਗਾ? 4, ਕਿਉਂਕਿ 4 ਅਣੂ, 4 ਗੁਣਾ 1, ਆਕਸੀਜਨ ਦੇ ਕਿੰਨੇ ਪਰਮਾਣੂ ਹੋ ਗਏ? 4 ਪਰਮਾਣੂ ਹੋ ਗਏ। ਜਿਵੇਂ ਇੱਥੇ ਆਕਸੀਜਨ ਦਾ 1 ਸੀ ਪਹਿਲੋਂ, ਤੇ ਅੱਗੇ ਜਿਹੜੇ ਅਣੂ ਹੁੰਦੇ ਹਨ, ਪਰਮਾਣੂ ਦੀ ਗਿਣਤੀ ਕਿਸ ਤਰ੍ਹਾਂ ਪੂਰੀ ਪਤਾ ਲੱਗਦੀ ਹੈ? ਅਣੂ ਗੁਣਾ ਉਹਦੇ ਪਰਮਾਣੂ ਦੀ ਗਿਣਤੀ ਨੂੰ ਆਪਾਂ ਕਰਦੇ ਹਾਂ ਤੇ ਉਹ ਟੋਟਲ ਪਰਮਾਣੂ ਬਣ ਜਾਂਦੇ ਹਨ। 1 ਗੁਣਾ 4 ਕਰਤੇ ਤੇ ਕਿੰਨੇ ਬਣ ਗਏ? 4। ਇੱਧਰ ਵੀ ਕਿੰਨੇ ਸੀ? 4। ਇੱਧਰ ਹੁਣ ਆਇਰਨ ਆਪਾਂ ਕਿੰਨਾ ਗੁਣਾ ਕੀਤਾ ਸੀ? 3 ਨਾਲ। 3 ਨੂੰ ਪਾਤੇ ਸੀ, ਕਿੰਨੇ ਬਣ ਗਏ? 3। ਉੱਧਰ ਵੀ 3 ਸੀ। ਪਰ ਜੇ ਤੁਸੀਂ ਧਿਆਨ ਨਾਲ ਦੇਖੋ, ਇੱਧਰ 4 ਪਾਉਣ ਦੇ ਨਾਲ ਆਕਸੀਜਨ ਤੇ ਪੂਰੇ ਹੋ ਗਏ, ਪਰ ਹਾਈਡਰੋਜਨ ਦੇ ਪਰਮਾਣੂ ਦੀ ਗਿਣਤੀ ਕਿੰਨੀ ਹੋ ਗਈ? ਹੁਣ ਇੱਧਰ ਕਿੰਨਾ ਸੀ? 2, ਤੇ ਆਹ ਕੀ? 4। 4 ਗੁਣਾ 2 ਕਿੰਨੇ ਹੋ ਗਏ? ਤਾਂ ਕੁੱਲ ਪਰਮਾਣੂ ਕਿਸ ਤਰ੍ਹਾਂ ਬਣਦੇ ਹਨ? ਪਰਮਾਣੂਆਂ ਦੀ ਗਿਣਤੀ ਗੁਣਾ ਅਣੂਆਂ ਦੀ ਗਿਣਤੀ, ਤੇ ਇਹ ਕੁੱਲ ਕਿੰਨੇ ਬਣ ਗਏ? 8। ਯਾਨੀ ਕਿ ਇੱਧਰ ਪਰ ਕਿੰਨੇ ਸੀ? 2। ਯਾਨੀ ਕਿ ਇੱਧਰ ਵੀ ਆਪਾਂ ਨੂੰ ਕਿਹਨਾਂ ਗੁਣਾ ਕਰਨਾ ਪਏਗਾ? 4 ਨਾਲ ਗੁਣਾ ਕਰਨਾ ਪਏਗਾ, ਤੇ ਫਿਰ ਹੀ 8 ਬਣੇਗੇ। ਯਾਨੀ ਕਿ ਆਪਾਂ ਹਾਈਡਰੋਜਨ ਦੇ ਅੱਗੇ ਕਿੰਨੇ ਅਣੂ ਪਾਤੇ? 4 ਅਣੂ। ਹੁੰਦੀ ਦੇਖੋ 3Fe plus 4H2O, ਇਹ ਮਿਲ ਕੇ ਬਣਿਆ Fe3O4 plus 4H2O। ਆਪਾਂ ਟੇਬਲ ਦੇ ਵਿੱਚ ਵੀ ਦੇਖੀਏ, ਆਰੰਭ ਵਿੱਚ ਤੇ ਬਾਅਦ ਵਿੱਚ ਪੂਰਾ ਕਰਨ ਤੋਂ ਬਾਅਦ ਸਾਡੇ ਕੋਲ ਜਿਹੜੀ ਇਕੁਏਸ਼ਨ ਬਣੀ ਹੈ ਉਹ ਕਿਸ ਤਰ੍ਹਾਂ ਬਣੀ ਹੈ? ਆਹ ਜਿਹੜੀ ਇਕੁਏਸ਼ਨ ਬਣੀ ਹੈ Fe ਦੇ 3 ਪਲੱਸ ਪਾਣੀ ਦੇ ਅੱਗੇ 4 ਅਣੂ, ਪਾਣੀ ਦੇ 4 ਅਣੂ। ਇਹਦਾ ਮਤਲਬ ਵੀ ਹਾਈਡਰੋਜਨ ਦੇ ਕਿੰਨੇ ਪਰਮਾਣੂ ਹੋ ਗਏ? 4 ਗੁਣਾ 2 8। ਦੂਜੇ ਪਾਸੇ ਹਾਈਡਰੋਜਨ ਕਿੰਨੀ ਹੈ? 4 ਗੁਣਾ 2 8। ਆਕਸੀਜਨ ਦੇ ਹੋ ਗਏ ਖੱਬੇ ਪਾਸੇ 4 ਗੁਣਾ 1, ਇਹ 4 ਆ, ਤੇ ਇੱਧਰ ਪੈਰਾਂ 'ਚ 1 ਹੀ ਆ, ਯਾਨੀ ਕਿ 4 ਗੁਣਾ 1 ਆਕਸੀਜਨ ਕਿੰਨੇ ਹੋ ਗਏ? 4। ਇੱਧਰ ਆਕਸੀਜਨ ਕਿੰਨੇ ਸੀ? 4। ਇਹ ਵੀ ਬਰਾਬਰ ਹੋ ਗਿਆ। ਲੋਹਾ 3, ਇੱਧਰ ਵੀ 3, ਤੇ ਇਹ ਜਿਹੜੀ ਕਿਰਿਆ ਸਾਡੀ ਜਿਹੜੀ ਰਸਾਇਣਿਕ ਕਿਰਿਆ ਵਾ ਇਹ ਸੰਤੁਲਿਤ ਹੋ ਗਈ ਆ। ਜੋ ਇਹ ਆਪਾਂ ਤਰੀਕਾ ਵਰਤ ਰਹੇ ਹਾਂ ਬੇਟਾ, ਇਸ ਨੂੰ ਇੰਗਲਿਸ਼ ਵਿੱਚ ਕਹਿੰਦੇ ਆ ਹਿੱਟ ਐਂਡ ਟਰਾਇਲ ਮੈਥਡ। ਮਤਲਬ ਹਿੱਟ ਕਰਦੇ ਹਾਂ ਆਪਾਂ, ਕੋਈ ਨੰਬਰ ਪਾਉਂਦੇ ਹਾਂ ਤੇ ਟਰਾਈ ਕਰਦੇ ਹਾਂ। ਕਈ ਵਾਰੀ ਹੁੰਦਾ ਵਾ ਜਦੋਂ ਆਪਾਂ ਗੁਣਾ ਕਰਦੇ ਹਾਂ ਤੇ ਉਹ ਗੁਣਾ ਕਰਨ ਨਾਲ ਆਪਾਂ ਨੂੰ ਉਹ ਪੂਰਾ ਬਰਾਬਰ ਨਹੀਂ ਹੁੰਦਾ, ਤੇ ਫਿਰ ਆਪਾਂ ਨੂੰ ਦੁਬਾਰਾ ਕਿਸੇ ਹੋਰ ਰਕਮ ਨਾਲ ਗੁਣਾ ਕਰਨਾ ਪੈਂਦਾ ਹੈ। ਇਸ ਕਰਕੇ ਉਹਨੂੰ ਹਿੱਟ ਐਂਡ ਟਰਾਇਲ ਮੈਥਡ ਜਿਹੜਾ ਕਿਹਾ ਜਾਂਦਾ ਹੈ। ਵੈਸੇ ਤੇ ਇਹ ਵੀ ਕਿਰਿਆ ਪੂਰੀ ਤਰ੍ਹਾਂ ਆਪਾਂ ਇਹ ਨਹੀਂ ਕਹਿ ਸਕਦੇ ਕੰਪਲੀਟ ਹੈ, ਕਿਉਂਕਿ ਕੰਪਲੀਟ ਕਿਰਿਆ ਉਦੋਂ ਹੁੰਦੀ ਹੈ ਜਦੋਂ ਆਪਾਂ ਪਰਮਾਣੂਆਂ ਦੀ ਗਿਣਤੀ ਦੇ ਨਾਲ ਨਾਲ ਉਹਨਾਂ ਅਭਿਕਾਰਕਾਂ ਤੇ ਉਤਪਾਦਾਂ ਦੇ ਵਿੱਚ ਉਹਨਾਂ ਦੀ ਅਵਸਥਾ ਨੂੰ ਵੀ ਦਰਸਾਉਂਦੇ ਹਾਂ। ਅਵਸਥਾ ਮੀਨ ਉਹ ਕਿਹੜੀ ਫਾਰਮ ਦੇ ਵਿੱਚ ਸਾਡੇ ਕੋਲ ਪਈਆਂ ਹਨ। ਜਿਵੇਂ ਦੇਖੋ ਇਸੇ ਇਕੁਏਸ਼ਨ ਨੂੰ ਦੁਬਾਰਾ ਧਿਆਨ ਨਾਲ ਦਿਓ, ਇਕੁਏਸ਼ਨ ਤਾਂ ਆਪਾਂ ਬੈਲੈਂਸ ਕਰ ਲਈ ਸੀ, ਪਰ ਇਹਦੇ 'ਚ Fe ਦੇ ਅੱਗੇ ਬ੍ਰੈਕਟ 'ਚ ਪਿਆ S ਦਾ ਮਤਲਬ ਹੁੰਦਾ ਸੋਲਿਡ। ਇਹਦਾ ਮਤਲਬ ਇਹਦੇ 'ਚ ਲੋਹਾ ਜਿਹੜਾ ਵਾ ਉਹ ਕਿਹੜੇ ਫਾਰਮ 'ਚ ਆ? ਠੋਸ ਰੂਪ ਦੇ ਵਿੱਚ ਆ। ਪਲੱਸ 4H2O,
ਹੁਣ H2O ਵੈਸੇ ਆਪਾਂ ਕਹਿੰਦੇ ਪਾਣੀ ਆ, ਪਰ ਇਹਦੇ 'ਚ ਪਾਣੀ ਜਿਹੜਾ ਵਾ ਇਹ ਕਿਹੜੇ ਰੂਪ ਦਿੱਤਾ ਹੈਗਾ, ਗੈਸ ਰੂਪ 'ਚ, ਯਾਨੀ ਕਿ ਸਟੀਮ ਦੇ ਰੂਪ ਦੇ ਵਿੱਚ। ਫਿਰ ਇਹਨੇ ਮਿਲ ਕੇ ਬਣ ਗਿਆ Fe3O4, ਇਹ ਕਿਹੜੇ ਫਾਰਮ 'ਚ ਹੈ, S ਮੀਨਸ ਸੋਲਿਡ ਜਾਂ ਠੋਸ ਅਵਸਥਾ, G ਮੀਨਸ ਗੈਸ ਜਾਂ ਜਿਹਨੂੰ ਆਪਾਂ G ਗੈਸ ਕਹਿੰਦੇ ਆ, ਗੈਸ ਅਵਸਥਾ। ਤੇ ਜਿਹੜਾ ਜੇ ਕੋਈ ਪਦਾਰਥ ਜਲੀ ਅਵਸਥਾ ਵਿੱਚ ਹੋਵੇ ਜਾਂ ਦਰਵ ਅਵਸਥਾ ਵਿੱਚ ਹੋਵੇ ਆਪਾਂ ਕਹਿੰਦੇ ਆ, ਤੇ ਦਰਵ ਅਵਸਥਾ ਵਾਸਤੇ ਆਪਾਂ ਯੂਜ਼ ਕਰਦੇ ਆ L ਮੀਨਸ ਲਿਕੁਇਡ। ਇੱਥੇ ਦਿੱਤਾ ਤੁਹਾਡੇ ਇੱਥੇ ਗੈਸ ਵਾਸਤੇ G, ਲਿਕੁਇਡ ਵਾਸਤੇ A, L। ਐਕਵਸ ਜਲੀ ਅਵਸਥਾ A ਕਿਉਂ, ਐਕਵਸ ਅਵਸਥਾ ਬੇਟਾ ਕੀ ਹੁੰਦੀ ਆ ਵੀ ਜਦੋਂ ਕੋਈ ਪਦਾਰਥ ਜਿਵੇਂ ਆਪਾਂ ਕਹਿੰਦੇ ਪਾਣੀ ਵਿੱਚ ਘੁਲਿਆ ਹੋਵੇ, ਐਕਵਸ ਫਾਰਮ 'ਚ ਹੋਵੇ, ਘੁਲੀ ਹੋਈ ਅਵਸਥਾ ਵਿੱਚ, ਠੀਕ ਆ, ਸੋਲੇਬਲ ਫਾਰਮ ਦੇ ਵਿੱਚ, ਉਹਨੂੰ ਆਪਾਂ ਦਰਵ ਅਵਸਥਾ ਦੀ ਜਲੀ ਅਵਸਥਾ ਕਹਿੰਦੇ ਆ। ਅਤੇ S ਤੁਹਾਨੂੰ ਦੱਸ ਚੁੱਕਾ ਮੈਂ, ਉਹ ਕਹਿੰਦੀ ਆ ਠੋਸ ਅਵਸਥਾ। ਇਹ ਅਵਸਥਾ ਜਦੋਂ ਆਪਾਂ ਲਿਖਦੇ ਆ ਤੇ ਫਿਰ ਆਪਣੀ ਕਿਰਿਆ ਪੂਰੀ ਹੁੰਦੀ ਆ। ਉਸ ਤੋਂ ਇਲਾਵਾ ਕਈ ਵਾਰੀ ਆਪਾਂ ਨੂੰ ਉਹਦੇ ਵਿੱਚ ਤਾਪਮਾਨ, ਪ੍ਰੈਸ਼ਰ ਯਾਨੀ ਕਿ ਦਬਾਅ, ਉਤਪ੍ਰੇਰਕ ਯਾਨੀ ਕਿ ਕੈਟਾਲਿਸਟ, ਉਹਨਾਂ ਨੂੰ ਵੀ ਲਿਖਿਆ ਜਾਂਦਾ ਹੈ ਤੇ ਫਿਰ ਉਹ ਕਿਰਿਆ ਪੂਰੀ ਹੁੰਦੀ ਹੈ। ਇਹਦੇ ਬਾਰੇ ਵੀ ਤੁਸੀਂ ਜਦੋਂ ਆਪਣੇ ਹੁਣ ਪੜ੍ਹੋਗੇ, ਫਿਰ ਅਗਲੇ ਕਲਾਸਿਸ ਵਿੱਚ ਜਾ ਕੇ ਪੜ੍ਹੋਗੇ। ਛੋਟੀ ਜਿਹੀ ਉਦਾਹਰਨ ਦਿੱਤੀ ਹੈ, ਜਿਵੇਂ ਕਾਰਬਨ ਮੋਨੋਕਸਾਈਡ, ਆਹ ਵਾਲੀ ਕੁਐਸਚਨ ਦੇਖੋ, CO ਕਾਰਬਨ ਮੋਨੋਕਸਾਈਡ ਪਲੱਸ ਹਾਈਡਰੋਜਨ, ਠੀਕ ਹੈ, ਇਹ ਮਿਲ ਕੇ ਬਣਿਆ CH3OH, ਜਿਹਨੂੰ ਆਪਾਂ ਕਹਿੰਦੇ ਆ ਮਿਥੇਨੋਲ। ਤੇ ਇਹ ਇਹ ਕਿਰਿਆ ਤਾਂ ਹੋਵੇਗੀ ਜੇ 340 ਐਟਮੋਸਫੈਰਿਕ ਪ੍ਰੈਸ਼ਰ ਯਾਨੀ ਕਿ ਇੰਨਾ ਦਬਾਅ ਹੋਵੇਗਾ। ਹੁਣ ਜੇ ਆਪਾਂ ਇਹ 340 ਨਹੀਂ ਲਿਖਦੇ ਤੇ ਇਹ ਕਿਰਿਆ ਵੈਸੇ ਮੁਕੰਮਲ ਕਿਰਿਆ ਨਹੀਂ ਮੰਨੀ ਜਾਂਦੀ। ਇਸੇ ਤਰ੍ਹਾਂ ਹੀ ਤੁਸੀਂ ਇੱਕ ਕਿਰਿਆ ਪੜ੍ਹਦੇ ਜੇ, ਪ੍ਰਕਾਸ਼ ਸੰਸਲੇਸ਼ਣ ਕਿਰਿਆ, ਫੋਟੋਸਿੰਥੇਸਿਸ। ਕਾਰਬਨ ਡਾਈਆਕਸਾਈਡ ਪਲੱਸ ਪਾਣੀ ਮਿਲ ਕੇ ਬਣ ਗਿਆ ਗਲੂਕੋਜ਼, C6H12O6, ਗਲੂਕੋਜ਼ ਪਲੱਸ ਆਕਸੀਜਨ ਪਲੱਸ ਵਾਟਰ। ਹੁਣ ਜਿਹੜੀ ਆਹ ਵਾਲੀ ਇਕੁਏਸ਼ਨ ਆ, ਇਹ ਵੀ ਕੁਐਸਚਨ ਕਦੋਂ ਹੁੰਦੀ ਆ, ਜਦੋਂ ਇੱਕ ਚਾਹੀਦੀ ਹੁੰਦੀ ਸਨਲਾਈਟ ਤੇ ਪਲੱਸ ਕਲੋਰੋਫਿਲ। ਕਲੋਰੋਫਿਲ ਦਾ ਪਤਾ ਹਰੇ ਪੱਤੇ 'ਚ ਮੌਜੂਦ ਪਦਾਰਥ ਤੇ ਸੂਰਜੀ ਸਨਲਾਈਟ, ਇਹ ਦੋ ਚੀਜ਼ਾਂ ਇਹ ਵੀ ਇੱਕ ਤਰ੍ਹਾਂ ਦੀ ਕੀ ਹਨ, ਇਹ ਉਹਦੇ ਵਿੱਚ ਜ਼ਰੂਰੀ ਕੰਡੀਸ਼ਨਸ ਹਨ, ਜ਼ਰੂਰੀ, ਫਿਰ ਹੀ ਇਹ ਕਿਰਿਆ ਹੋਵੇਗੀ। ਇਸ ਕਰਕੇ ਆਪਾਂ ਨੂੰ ਇਸ ਕਿਰਿਆ ਦੀ ਵੀ ਮਤਲਬ ਨਾਲ ਆਪਾਂ ਨੂੰ ਇਹ ਵੀ ਲਿਖਣਾ ਪੈਂਦਾ ਹੈ। ਵੈਸੇ ਤਾਂ ਤੁਹਾਨੂੰ ਥੋੜ੍ਹੀਆਂ ਕੁਐਸਚਨਸ ਤੁਹਾਨੂੰ ਸ਼ਾਇਦ ਬੈਲੈਂਸ ਕਰਨੀਆਂ ਸਮਝ ਆ ਗਿਆ ਹੁਣ, ਪਰ ਫਿਰ ਵੀ ਤੁਹਾਨੂੰ ਮੈਂ ਇੱਕ ਦੋ ਤੁਹਾਨੂੰ ਐਗਜ਼ਾਮਪਲਸ ਕੋਸ਼ਿਸ਼ ਕਰਦਾ ਵਾਂ, ਤੁਹਾਨੂੰ ਮੈਂ ਹੋਰ ਕਰਾਉਣਾ ਵਾ, ਤਾਂ ਕਿ ਆਪਾਂ ਨੂੰ ਇੱਕ ਚੰਗੀ ਤਰ੍ਹਾਂ ਸਮਝ ਲੱਗ ਸਕੇ ਵੀ ਇਕੁਏਸ਼ਨ ਨੂੰ ਆਪਾਂ ਕਿਸ ਤਰ੍ਹਾਂ ਬੈਲੈਂਸ ਕਰਨਾ ਹੈ। ਉਹਦੇ ਵਾਸਤੇ ਮੈਂ ਤੁਹਾਨੂੰ ਖੁਦ ਇੱਕ ਐਗਜ਼ਾਮਪਲ ਲੈ ਕੇ ਤੇ ਸਮਝਾਉਣ ਦੀ ਕੋਸ਼ਿਸ਼ ਕਰਦਾ ਵਾਂ। ਹੁਣ ਆਪਣੇ ਕੋਲ ਇੱਕ ਇਕੁਏਸ਼ਨ ਹੈਗੀ ਹੈ, ਮੰਨ ਲਓ KClO3, ਇਹ ਮਿਲ ਕੇ ਬਣ ਗਿਆ KCl ਪਲੱਸ O2, ਇਹ ਇੱਕ ਇਕੁਏਸ਼ਨ ਹੈ। ਆਪਾਂ ਇਹਨੂੰ ਵੇਖਣਾ ਵੀ ਸੰਤੁਲਿਤ ਹੈ ਜਾਂ ਨਹੀਂ ਹੈ। ਜੇ ਸੰਤੁਲਿਤ ਹੈ ਤਾਂ ਬਹੁਤ ਵਧੀਆ, ਜੇ ਨਹੀਂ ਹੈ ਤਾਂ ਆਪਾਂ ਫਿਰ ਸੰਤੁਲਿਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਹੁਣ ਦੇਖੋ, ਇਹ ਹੈ ਕੀ ਹੁੰਦਾ ਪੋਟਾਸ਼ੀਅਮ, ਇਹ ਪੂਰਾ ਹੈਗਾ ਪੋਟਾਸ਼ੀਅਮ ਕਲੋਰੇਟ, ਇਹ ਮਿਲ ਕੇ ਬਣਿਆ ਪੋਟਾਸ਼ੀਅਮ ਕਲੋਰਾਈਡ ਪਲੱਸ ਆਕਸੀਜਨ ਗੈਸ। ਇੱਧਰ K ਇਕੱਲਾ ਵਾ, ਯਾਨੀ ਕਿ K ਦਾ ਇੱਕ ਪਰਮਾਣੂ, ਇੱਧਰ K ਦਾ ਇੱਕ ਪਰਮਾਣੂ, ਇਹ ਤੇ ਬਰਾਬਰ। ਇੱਧਰ ਵਾਰੀ ਆ ਗਈ Cl ਦੀ, Cl ਹੁੰਦਾ ਕਲੋਰੀਨ, ਇਹਦਾ ਵੀ ਇੱਕ ਪਰਮਾਣੂ, ਇੱਧਰ Cl ਦਾ ਇੱਕ ਪਰਮਾਣੂ। ਅੱਗੇ ਗੱਲ ਆ ਗਈ ਆਕਸੀਜਨ ਦੀ, ਇੱਧਰ ਆਕਸੀਜਨ ਦੇ 3 ਪਰਮਾਣੂ, ਇੱਧਰ ਆਕਸੀਜਨ ਦੇ 2 ਪਰਮਾਣੂ, ਯਾਨੀ ਕਿ ਆਕਸੀਜਨ ਜਿਹੜਾ ਵਾ ਇਹ ਬੈਲੈਂਸ ਨਹੀਂ ਹੈ। ਹੁਣ ਆਪਾਂ, ਤੁਸੀਂ ਮੈਥ 'ਚ ਵੀ ਪੜ੍ਹਦੇ, ਐਲਸੀਐਮ ਵਗੈਰਾ ਲੈਂਦੇ ਆਪਾਂ। ਹੁਣ ਇੱਧਰ 3 ਹੈ, ਇੱਧਰ 2 ਆ। ਹੁਣ 3 ਨੂੰ ਆਪਾਂ ਕਿਹਦੇ ਨਾਲ ਗੁਣਾ ਕਰੀਏ ਤੇ ਇਹਨੂੰ ਵੀ ਕਿਹਦੇ ਨਾਲ ਗੁਣਾ ਕਰੀਏ ਵੀ ਦੋਵੇਂ ਬਰਾਬਰ ਹੋ ਜਾਣ। ਅਸੀਂ ਕੀ ਕਰਾਂਗੇ, ਇਹਨੂੰ ਗੁਣਾ ਕਰਾਂਗੇ 2 ਨਾਲ, ਪਰ 2 ਨਾਲ ਗੁਣਾ ਕਰਨ ਦਾ ਮਤਲਬ ਇਹ ਨਹੀਂ ਵੀ ਆਪਾਂ O ਦੇ ਅੱਗੇ 2 ਪਾ ਦੇਣਾ, ਨਹੀਂ। ਇਹ ਜਿਹੜਾ ਪੂਰਾ ਕੰਪਾਊਂਡ ਆ, ਪੂਰਾ ਯੋਗਕ ਆ, ਇਹਦੇ ਅੱਗੇ ਆਪਾਂ ਨੂੰ ਅਣੂਆਂ ਦੀ ਗਿਣਤੀ ਉਸ ਹਿਸਾਬ ਨਾਲ ਵਧਾਉਣੀ ਪਵੇਗੀ। ਯਾਨੀ ਕਿ ਆਪਾਂ ਨੂੰ ਜੇ 2 ਪਾਉਣਾ ਤਾਂ ਆਪਾਂ 2 ਇੱਥੇ ਪਾਵਾਂਗੇ। ਸਮਝ ਗਈ ਗੱਲ ਦੀ ਨਾ, ਅਸੀਂ ਇਹਦੇ ਅੱਗੇ ਇਕੱਲਾ 2 ਨਹੀਂ ਪਾ ਦੇਣਾ, ਆਪਾਂ ਨੂੰ ਪੂਰੇ ਯੋਗਕ ਦੇ ਅਣੂ ਜਿਹੜੇ, ਯਾਨੀ ਕਿ ਜਿਵੇਂ ਪਹਿਲਾਂ KClO3 ਦਾ ਇੱਕ ਅਣੂ ਸੀ, ਇੱਕ ਮੋਲੀਕੂਲ ਸੀ, ਇਹ ਕਿੰਨੇ ਹੋ ਗਏ 2। ਹੁਣ 2 ਹੋਣ ਨਾਲ, ਹੁਣ ਜੇ ਆਪਾਂ ਦੁਬਾਰਾ ਵੇਖੀਏ ਤਾਂ ਇਹਦੇ ਕਿੰਨੇ ਬਣ ਗਏ ਪਰਮਾਣੂ, 2, 2 ਏਕਮ 2। Cl ਨੂੰ 2 ਨੂੰ 1 ਨਾਲ ਗੁਣਾ ਕੀਤਾ, Cl ਦੇ ਵੀ ਕਿੰਨੇ ਹੋ ਗਏ 2। ਆਕਸੀਜਨ ਨੂੰ 3 ਸੀ, 3 ਨੂੰ ਜਦੋਂ 2 ਨਾਲ ਗੁਣਾ ਕੀਤਾ ਕਿੰਨੇ ਪਰਮਾਣੂ ਬਣ ਗਏ 6। ਪਹਿਲਾਂ 1 1 3 ਸੀ, ਹੁਣ 2 2 6। ਹੁਣ ਇੱਧਰ 2 ਨੂੰ ਆਪਾਂ ਕਰਨਾ ਗੁਣਾ ਕਰਾਂਗੇ ਵੀ 6 ਕਰਨ ਲਈ, ਇੱਧਰ ਆਪਾਂ 3 ਨਾਲ ਕਰਤਾ, 3 ਨੂੰ 2 ਨਾਲ ਗੁਣਾ ਕੀਤਾ, ਇੱਧਰ ਵੀ ਕਿੰਨੇ ਬਣ ਗਏ 6। ਇਹਦਾ ਮਤਲਬ ਆਕਸੀਜਨ ਤੇ ਬਰਾਬਰ ਹੋ ਗਈ। ਪਰ ਇੱਧਰ 2 ਅਣੂ ਪਾਉਣ ਦੇ ਨਾਲ ਕੀ ਹੋਇਆ, ਪੋਟਾਸ਼ੀਅਮ ਦੇ ਕਿੰਨੇ ਹੋ ਗਏ ਪਰਮਾਣੂ 2, ਕਲੋਰੀਨ ਦੇ ਕਿੰਨੇ ਪਰਮਾਣੂ ਹੋਏ 2, ਇੱਧਰ ਕਿੰਨਾ 1 1। 1 ਨੂੰ 2 ਕਿਸ ਤਰ੍ਹਾਂ ਬਦਲਾਂਗੇ, ਇੱਧਰ ਵੀ ਆਪਾਂ ਕਰਨਾ ਗੁਣਾ ਕਰ ਦਾਂਗੇ 2 ਨਾਲ। ਹੁਣ ਜਾਣੇ ਕਿ ਇਹਨਾਂ ਆਪਾਂ ਜੇ ਦੇਖੀਏ ਤੇ ਕੀ ਹੋ ਗਿਆ, ਹੁਣ ਆਪਣੇ ਕੋਲ ਪੋਟਾਸ਼ੀਅਮ ਦੇ ਕਿੰਨੇ ਸੀ, ਪਹਿਲੋਂ 1 ਸੀ, ਇੱਧਰ Cl ਦਾ ਵੀ 1 ਸੀ,
ਇੱਧਰ ਪਹਿਲੇ ਇੱਕ ਇੱਕ ਸੀ, ਪਰ ਇਹਨੂੰ ਆਪਾਂ 2 ਨਾਲ ਗੁਣਾ ਕੀਤਾ ਤੇ ਇੱਧਰ ਹੁਣ ਪੋਟਾਸ਼ੀਅਮ ਦੇ 2, Cl ਦੇ 2 ਤੇ ਆਕਸੀਜਨ ਦੇ 6 ਹੋ ਗਏ। ਇੱਧਰ ਪੋਟਾਸ਼ੀਅਮ ਦੇ ਵੀ 2 ਹੋ ਗਏ ਤੇ Cl ਦੇ ਵੀ ਜਿਹੜੇ ਉਹ 2 ਹੋ ਗਏ। ਯਾਨੀ ਕਿ ਆਪਣੀ ਜਿਹੜੀ ਇਕੁਏਸ਼ਨ ਜਿਹੜੀ ਹੁਣ ਬੈਲੈਂਸ ਕਰਕੇ ਆਪਣੇ ਕੋਲ ਕੀ ਬਣ ਗਈ, 2 KClO3 gives 2 KCl plus 3 O2। ਇਹ ਜਿਹੜੀ ਸਮੀਕਰਨ ਆਪਣੇ ਕੋਲ ਸੰਤੁਲਿਤ ਹੋ ਗਈ। ਮੈਨੂੰ ਉਮੀਦ ਆ ਵੀ ਤੁਹਾਨੂੰ ਇਹ ਸਮਝ ਲੱਗੀ ਹੋਏਗੀ ਵੀ ਸਮੀਕਰਨ ਨੂੰ ਸੰਤੁਲਿਤ ਆਪਾਂ ਕਿਵੇਂ ਕਰਦੇ ਹਾਂ। ਹੁਣ ਆਪਾਂ ਤੁਹਾਨੂੰ ਮੈਂ ਇੱਕ ਐਗਜ਼ਾਮਪਲ ਹੋਰ ਦੇਣ ਦੀ ਕੋਸ਼ਿਸ਼ ਕਰਦਾ ਵਾਂ ਵੀ ਜਿਹਨੂੰ ਆਪਾਂ ਇੱਕ ਇਕੁਏਸ਼ਨ ਹੋਰ ਲੈ ਕੇ ਉਹਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ। ਆਪਣੀ ਅਗਲੀ ਸਮੀਕਰਨ ਹੈ CH4 ਮੀਥੇਨ ਪਲੱਸ O2 ਆਕਸੀਜਨ, ਇਹ ਮਿਲ ਕੇ ਬਣਦਾ ਹੈ ਕਾਰਬਨ ਡਾਈਆਕਸਾਈਡ ਅਤੇ ਪਾਣੀ। ਹੁਣ ਜੇ ਆਪਾਂ ਇਸ ਸਮੀਕਰਨ ਨੂੰ ਦੇਖੀਏ, ਇਹਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਤੇ ਪਹਿਲਾਂ ਆਪਾਂ ਰੈਕਟੈਂਗਲ ਵਾਲੇ ਪਾਸੇ ਵੇਖੀਏ ਵੀ ਆਪਣੇ ਕੋਲ ਕਾਰਬਨ ਦੇ ਕਿੰਨੇ ਨੂੰ ਪਰਮਾਣੂ ਹਨ, 1। ਇੱਧਰ ਵੀ ਕਾਰਬਨ ਦਾ ਕਿੰਨਾ ਪਰਮਾਣੂ, 1। ਇਹ ਤਾਂ ਬਰਾਬਰ ਹੋ ਗਿਆ। ਹਾਈਡਰੋਜਨ ਦੇ ਇੱਧਰ 4 ਪਰਮਾਣੂ ਹਨ, ਇੱਧਰ ਹਾਈਡਰੋਜਨ ਦੇ 2 ਪਰਮਾਣੂ ਹਨ। ਰੈਕਟੈਂਗਲ ਵਾਲੇ ਪਾਸੇ ਅਭਿਕਾਰਕ ਵਾਲੇ ਪਾਸੇ ਆਕਸੀਜਨ ਦੇ 2 ਪਰਮਾਣੂ, ਇੱਧਰ ਆਕਸੀਜਨ ਦੇ 2 ਤੇ ਪਲੱਸ ਇਹ ਵੀ ਇੱਕ, ਟੋਟਲ ਕਿੰਨੇ ਹੋ ਗਏ 3 ਪਰਮਾਣੂ। ਯਾਨੀ ਕਿ ਨਾ ਹਾਈਡਰੋਜਨ ਦੇ ਪਰਮਾਣੂ ਬਰਾਬਰ ਹਨ ਤੇ ਨਾ ਹੀ ਆਕਸੀਜਨ ਦੇ। ਜੇ ਆਪਾਂ ਪਹਿਲਾਂ ਹਾਈਡਰੋਜਨ ਦੇ ਪਰਮਾਣੂ ਬਰਾਬਰ ਕਰੀਏ ਤੇ ਆਪਾਂ ਇਸ ਪਾਸੇ 2 ਨਾਲ ਗੁਣਾ ਕਰਦੇ, ਯਾਨੀ ਕਿ 2 ਵਿੱਚ ਹੋਰ ਰਹੀ ਆਪਾਂ ਨੂੰ 4 ਹੋ ਜਾਣਗੇ, ਉਹਦੇ ਵਾਸਤੇ ਆਪਾਂ ਇੱਧਰ 2 ਪਾ ਦਿੱਤੇ। ਯਾਨੀ ਕਿ ਕਿੰਨੇ ਅਣੂ ਬਣ ਗਏ ਹਾਈਡਰੋਜਨ ਦੇ, 2 ਅਣੂ। 2 ਅਣੂ ਤੇ ਉਹਦੇ ਮਿਲਾਉਣ ਨਾਲ ਕਿੰਨੇ ਪਰਮਾਣੂ ਹੋ ਗਏ, ਇੱਧਰ ਆਪਣੇ ਕੋਲ ਹਾਈਡਰੋਜਨ ਦੇ ਕਿੰਨੇ ਪਰਮਾਣੂ ਹੋ ਗਏ, ਸਾਡੇ ਕੋਲ ਟੋਟਲ 4 ਪਰਮਾਣੂ ਹੋ ਗਏ। ਇੱਕ ਸੈਕਿੰਡ, ਹੁਣ ਦੇਖੋ ਹਾਈਡਰੋਜਨ ਦੇ ਆਪਣੇ ਕੋਲ 4 ਪੂਰੇ ਹੋ ਗਏ ਤੇ ਆਕਸੀਜਨ ਵੀ ਕਿੰਨੇ ਹੋ ਗਏ, ਇੱਧਰ 1 ਸੀ ਪਰ 2 ਨਾਲ ਮਲਟੀਪਲਾਈ ਕੀਤਾ, ਇੱਧਰ ਕਿੰਨੇ ਹੋ ਗਏ ਆਕਸੀਜਨ ਦੇ 2 ਤੇ 2 ਇੱਧਰ ਸੀ, ਯਾਨੀ ਕਿ ਆਕਸੀਜਨ ਕਿੰਨੀ ਸੀ 4, ਉਹਦੇ ਵਾਸਤੇ ਆਪਾਂ ਇੱਧਰ 2 ਨੂੰ ਇੱਧਰ ਪਾ ਦਿੱਤੇ। ਹੁਣ ਦੇਖੋ ਕਾਰਬਨ ਦਾ 1, ਕਾਰਬਨ ਦਾ 1, ਹਾਈਡਰੋਜਨ ਦੇ 4, ਹਾਈਡਰੋਜਨ ਦੇ 2 ਗੁਣਾ 2 4, ਆਕਸੀਜਨ ਦੇ 2 ਗੁਣਾ 2 ਕਿੰਨੇ ਹੋ ਗਏ 4, ਇੱਧਰ ਆਕਸੀਜਨ ਦੇ 2 ਇੱਧਰ ਤੇ 2 ਇੱਧਰ, ਇਹ ਵੀ ਕਿੰਨੇ ਹੋ ਗਏ 4। ਇਹ ਜਿਹੜੀ ਕਿਰਿਆ ਹੈ ਇਹ ਆਪਣੇ ਕੋਲ ਕੀ ਬਣ ਗਈ ਹੈ, ਇਹਨੂੰ ਆਪਾਂ ਕਹਿੰਦੇ ਆ ਇਹ ਰਸਾਇਣਿਕ ਕਿਰਿਆ ਹੁਣ ਕੀ ਹੋ ਚੁੱਕੀ ਹੈ, ਸੰਤੁਲਿਤ ਰਸਾਇਣਿਕ ਕਿਰਿਆ। ਇਸ ਤਰੀਕੇ ਨਾਲ ਅਸੀਂ ਵੱਧ ਤੋਂ ਵੱਧ ਐਗਜ਼ਾਮਪਲਸ ਲੈ ਕੇ ਆਪਾਂ ਇਸ ਚੀਜ਼ ਨੂੰ ਜਿਹੜਾ ਰਸਾਇਣਿਕ ਕਿਰਿਆ ਨੂੰ ਸੰਤੁਲਿਤ ਕਰ ਸਕਦੇ ਹਾਂ। ਜੇ ਆਪਾਂ ਹੋਰ ਵੀ ਕੋਈ ਐਗਜ਼ਾਮਪਲ ਤੁਸੀਂ ਦੇਖਣੀ ਹੈ, ਹੁਣ ਆਪਾਂ ਇੱਕ ਬੜੀ ਹੀ ਇੰਪੋਰਟੈਂਟ ਇਕੁਏਸ਼ਨ ਹੈ ਉਹਨੂੰ ਆਪਾਂ ਸੰਤੁਲਿਤ ਕਰਕੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਉਹ ਇਕੁਏਸ਼ਨ ਹੈ N2, N ਕਿਹਦਾ ਸੰਕੇਤ ਹੈ ਨਾਈਟ੍ਰੋਜਨ ਦਾ, ਪਲੱਸ H2, H2 ਕਿਹਦਾ ਸੰਕੇਤ ਹੈ ਹਾਈਡਰੋਜਨ ਦਾ, ਤੇ ਇਹ ਮਿਲ ਕੇ ਬਣ ਗਏ NH3, NH3 ਕਿਹਦਾ ਸੰਕੇਤ ਹੈ ਅਮੋਨੀਆ ਦਾ। ਯਾਨੀ ਕਿ ਨਾਈਟ੍ਰੋਜਨ ਅਤੇ ਹਾਈਡਰੋਜਨ ਇਹਨਾਂ ਦੋਵਾਂ ਨੇ ਮਿਲ ਕੇ ਕੀ ਬਣਾਤੀ ਜਿਹੜੀ ਗੈਸ, ਅਮੋਨੀਆ ਗੈਸ। ਵਿੱਚ ਨਾਈਟ੍ਰੋਜਨ ਤੇ ਹਾਈਡਰੋਜਨ ਕੀ ਹਨ, ਅਭਿਕਾਰਕ, ਅਤੇ ਅਮੋਨੀਆ ਕੀ ਹੈ ਉਤਪਾਦ। ਹੁਣ ਜੇ ਆਪਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤੇ ਨਾਈਟ੍ਰੋਜਨ ਦੇ ਕਿੰਨੇ ਪਰਮਾਣੂ ਹਨ, ਇੱਥੇ 2, ਹਾਈਡਰੋਜਨ ਦੇ ਕਿੰਨੇ ਪਰਮਾਣੂ ਹਨ 2, ਇੱਧਰ ਨਾਈਟ੍ਰੋਜਨ ਦਾ ਪਰਮਾਣੂ 1, ਹਾਈਡਰੋਜਨ ਦੇ ਕਿੰਨੇ 3, ਇਹ ਬਰਾਬਰ ਹਨ ਨਹੀਂ। ਹੁਣ ਆਪਾਂ ਕਿਸ ਤਰ੍ਹਾਂ ਬਰਾਬਰ ਕਰਾਂਗੇ ਇਹਨਾਂ ਨੂੰ, ਅਸੀਂ ਨਾਈਟ੍ਰੋਜਨ ਦਾ ਇੱਧਰ 1 ਹੈ ਇੱਧਰ 2 ਹਨ, ਯਾਨੀ ਕਿ ਆਪਾਂ ਨੂੰ ਘੱਟੋ ਘੱਟ ਇੱਧਰ ਆਪਾਂ ਨੂੰ 2 ਨਾਲ ਗੁਣਾ ਕਰਨੀ ਪਵੇਗੀ ਤੇ ਫਿਰ ਹੀ ਜਾ ਕੇ ਉਹਦਾ ਜਿਹੜਾ ਵਾ ਪੂਰਾ ਹੋਏਗਾ। ਆਪਾਂ ਇੱਥੇ 2 ਅਨੁਪਾਤ ਤੇ ਹੁਣ ਜਦੋਂ ਨਾਈਟ੍ਰੋਜਨ ਦੇ 2 ਹੋ ਗਏ ਤੇ 2 ਏਕਮ ਕਿੰਨਾ ਆ ਗਿਆ 2, ਯਾਨੀ ਕਿ ਨਾਈਟ੍ਰੋਜਨ ਦੇ ਪਰਮਾਣੂ 2, ਇੱਧਰ ਵੀ 2, ਇੱਧਰ ਇਹ ਤੇ ਬਰਾਬਰ ਹੋ ਗਿਆ। ਪਰ ਇਹ 2 ਅਣੂ ਪਾਉਣ ਦੇ ਨਾਲ ਹਾਈਡਰੋਜਨ ਦੇ ਪਰਮਾਣੂ ਕਿੰਨੇ ਹੋ ਗਏ 2 ਗੁਣਾ 3 ਕਿੰਨੇ ਹੋ ਗਏ 6, ਇੱਧਰ ਕਿੰਨੇ ਸੀ 2, 2 ਨੂੰ ਕਰਨਾ ਗੁਣਾ ਕਰਾਂਗੇ ਵੀ 6 ਹੋਏਗਾ, 3, 3 ਗੁਣਾ 2 ਕਿੰਨੇ ਹੋ ਗਏ 6। ਹੁਣ ਤੁਸੀਂ ਦੇਖੋ ਨਾਈਟ੍ਰੋਜਨ ਦੇ ਕਿੰਨੇ 2, ਇੱਧਰ ਨਾਈਟ੍ਰੋਜਨ ਦੇ ਕਿੰਨੇ 2, ਹਾਈਡਰੋਜਨ ਦੇ ਕਿੰਨੇ 6, ਹਾਈਡਰੋਜਨ ਦੇ ਕਿੰਨੇ 6। ਇਸ ਤਰੀਕੇ ਨਾਲ ਇਹ ਕਿਰਿਆ ਕੀ ਹੋਗੀ ਸੰਤੁਲਿਤ। ਤੁਹਾਡੀ ਕਿਤਾਬ ਵਿੱਚ ਕੁਐਸਚਨ ਦਿੱਤੇ ਹਨ, ਉੱਥੇ ਕਿਰਿਆ ਦਿੱਤੀਆਂ ਹਨ, ਉਹਨਾਂ ਨੂੰ ਸੰਤੁਲਿਤ ਕਰਨ ਲਈ ਕਿਹਾ ਗਿਆ ਹੈ। ਤੁਸੀਂ ਉਹਨਾਂ ਕਿਰਿਆ ਨੂੰ ਸੰਤੁਲਿਤ ਕਰੋ ਤੇ ਕਰਕੇ ਮੈਨੂੰ ਦੱਸੋ, ਠੀਕ ਹੈ। ਤੇ ਫਿਰ ਮੈਂ ਤੁਹਾਨੂੰ ਜੇ ਕੋਈ ਗਲਤੀ ਹੋਵੇਗੀ ਜਾਂ ਨਹੀਂ ਸਮਝ ਲੱਗਦੀ ਤੇ ਫਿਰ ਵੀ ਮੈਨੂੰ ਦੱਸੋ। ਪਰ ਮੈਨੂੰ ਉਮੀਦ ਹੈ ਕਿ ਤੁਹਾਨੂੰ ਹੁਣ ਇੱਕ ਤਾਂ ਰਸਾਇਣਿਕ ਕਿਰਿਆਵਾਂ ਦੇ ਬਾਰੇ ਨੌਲੇਜ ਹੋ ਜੀ ਹੋਵੇਗੀ, ਵੀ ਰਸਾਇਣਿਕ ਕਿਰਿਆਵਾਂ ਕਿਵੇਂ ਪਤਾ ਲੱਗਦਾ ਹੈ ਵੀ ਕਿਰਿਆ ਹੋਈ ਹੈ, ਅਤੇ ਉਹਨਾਂ ਨੂੰ ਬੈਲੈਂਸ ਕਰਨ ਬਾਰੇ ਵੀ ਤੁਹਾਨੂੰ ਸਮਝ ਆ ਗਈ ਹੋਏਗੀ। ਹੁਣ ਆਪਾਂ ਆਪਣੀ ਨੈਕਸਟ ਵੀਡੀਓ ਦੇ ਵਿੱਚ ਅਗਲੇ ਲੈਕਚਰ ਦੇ ਵਿੱਚ ਅਸੀਂ ਕੀ ਇਸ ਚੈਪਟਰ ਦਾ ਅਗਲਾ ਪਾਠ ਜਿਹੜਾ ਇਹਦਾ ਸੈਕਿੰਡ ਪਾਰਟ ਚੈਪਟਰ ਦਾ ਵਾ ਉਹ ਪੜਾਂਗੇ, ਉਹ ਹੈ ਰਸਾਇਣਿਕ ਕਿਰਿਆਵਾਂ ਦੀਆਂ
ਕਿਸਮਾਂ, ਠੀਕ ਹੈ, ਟਾਈਪਸ ਆਫ ਕੈਮੀਕਲ ਰਿਐਕਸ਼ਨਸ। ਥੈਂਕ ਯੂ ਜੀ, ਧੰਨਵਾਦ।